ਮੌਕਾ ਨਿਵੇਸ਼ ਕਰਨ ਦਾ ਪੰਜਾਬ ਦੇ ਵਿੱਚ ਤੇ ਮੌਕਾ ਨਿਵੇਸ਼ਕਾਂ ਦਾ ਦਿਲ ਜਿੱਤਣ ਦਾ ਵੀ। ਸੂਬਾ ਸਰਕਾਰ 2 ਦਿਨਾਂ ਦਾ ਇਨਵੈਸਟਮੈਂਟ ਪੰਜਾਬ ਦੇ ਵਿੱਚ ਸਬਮਿਟ ਕਰਵਾ ਰਹੀ ਹੈ ਤੇ ਦਾਅਵਾ ਇਹ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਨਿਵੇਸ਼ ਹੋਵੇਗਾ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਨਿਵੇਸ਼ ਹੋਏਗਾ, ਇੰਡਸਟਰੀ ਆਏਗੀ, ਸਨਅਤ ਵਧੇਗੀ ਤੇ ਰੋਜ਼ਗਾਰ ਨੌਜਵਾਨਾਂ ਨੂੰ ਮਿਲੇਗਾ। ਇਹ ਸਰਕਾਰ ਦਾ ਦਾਅਵਾ ਹੈ। ਤਾਂ ਅੱਜ ਚਰਚਾ ਕਿ ਸਰਕਾਰ ਆਪਣੀ ਕੋਸ਼ਿਸ਼ ਦੇ ਵਿੱਚ ਕਿੰਨਾ ਕਾਮਯਾਬ ਹੋ ਸਕੇਗੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੋਵੇ ਕੁਝ ਇਸ ਤਰੀਕੇ ਨਾਲ। ਮੌਕੇ ਤਾਂ ਅਜਿਹੇ ਪਹਿਲਾਂ ਵੀ ਆਏ ਨੇ, ਪਰ ਇਲਜ਼ਾਮ ਲੱਗਦੇ ਰਹੇ ਕਿ ਲੱਖਾਂ ਕਰੋੜਾਂ ਦੀਆਂ ਗੱਲਾਂ MOU ਦੇ ਵਿੱਚ ਹੁੰਦੀਆਂ ਨੇ ਤੇ ਉਹ MOU ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ। ਜ਼ਮੀਨੀ ਪੱਧਰ ਦੇ ਉੱਤੇ ਇਸ ਦਾ ਕੋਈ ਅਸਰ ਜ਼ਿਆਦਾ ਨਜ਼ਰ ਨਹੀਂ ਆਉਂਦਾ। ਤਾਂ ਅੱਜ ਸਵਾਲ ਕਿ ਇਸ ਵਾਰ ਕੀ ਵੱਖਰਾ ਹੋਏਗਾ ਜਾਂ ਹੋਣ ਜਾ ਰਿਹਾ ਹੈ ਕਿ MOU ਤੇ ਇਨਵੈਸਟਮੈਂਟ ਦੇ ਵਿਚਲੀ ਜੋ ਲਕੀਰ ਨਜ਼ਰ ਆਉਂਦੀ ਹੈ ਕਿ ਵੱਡੇ ਇਨਵੈਸਟਮੈਂਟ ਸਮਿਟ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ, ਪਰ ਜ਼ਮੀਨੀ ਤੌਰ ਦੇ ਉੱਤੇ ਉਹ ਹਕੀਕਤ ਦੇ ਵਿੱਚ ਨਜ਼ਰ ਆਵੇ। ਇਸ ਵਾਰ ਅਜਿਹਾ ਕੀ ਹੋਣ ਜਾ ਰਿਹਾ ਹੈ? CM ਜ਼ਿਕਰ ਕਰ ਰਹੇ ਨੇ ਇੱਕ CLU ਸ਼ਬਦ ਦਾ। ਕੀ ਵਾਕਈ CLU ਵਰਗੇ ਸ਼ਬਦ ਜਾਂ ਕਹੀਏ ਕਿ ਇਹ ਪੂਰਾ ਪ੍ਰੋਸੈਸ ਸੀ, ਨਿਵੇਸ਼ ਦੇ ਵਿੱਚ ਕੋਈ ਅੜਿੱਕਾ ਬਣ ਰਿਹਾ ਸੀ ਜਾਂ ਬਣਿਆ ਹੋਇਆ ਸੀ? ਤਾਂ ਅੱਜ ਚਰਚਾ CM ਦੇ ਸੱਦੇ ਦੀ ਜੋ ਦਿੱਤਾ ਜਾ ਰਿਹਾ ਹੈ ਨਿਵੇਸ਼ਕਾਂ ਨੂੰ, ਇਨਵੈਸਟਰਸ ਨੂੰ, ਤੇ CM ਕਹਿ ਰਹੇ ਨੇ MOU ਨਹੀਂ, ਇਨਵੈਸਟ ਕਰ। सूबे के मुख मंत्री भगवंत मान की अगवाई विच मोहाली में शुरू हुई इन्वेस्टर समिट विच पंजाब की मेजबानी और मेहमान नवाजी का जिक्र न सिर्फ आए हुए मेहमानां सगों खुद सूबे के मुख मंत्री ने भी किया। 2 दिना समिट के पहले दिन सनतकारां नूं संबोधन करदिआं मुख मंत्री ने विश्वास दिवाया कि सूबे विच निवेश लई चंगा माहौल है और यह समिट सिर्फ MOU तक सीमित नहीं रहणगे। खुद कहा मैं अपनी स्पीच के विच MOU नहीं, ਤੁਸੀਂ ਜਾ ਕੇ ਦੇਖ ਕੇ ਆਓ ਜੀ ਤੁਹਾਨੂੰ ਕਿਸ ਕਿਸਮ ਦੀ ਜ਼ਮੀਨ ਚਾਹੀਦੀ ਹੈ। ਉਹ ਚੋਂ 4-5 ਇਸ ਵਕਤ ਗਏ ਹੋਏ ਨੇ। ਜਰਮਨੀ ਦੀਆਂ 2 ਕੰਪਨੀਆਂ ਨੇ, ਉਹ PAU ਗਈਆਂ ਹੋਈਆਂ ਨੇ। ਵੰਡਰਲਾ ਛੱਤਬੀੜ ਦੇ ਕੋਲ ਤੇ ਨਵੇਂ ਨਿਊ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੇਖ ਰਿਹਾ ਕਿੱਥੇ ਉਹ ਮੈਨੇਜਮੈਂਟ ਪਾਰਕ ਆਪਣਾ ਬਣਾ ਸਕਦੇ ਨੇ। ਅਸੀਂ ਉਹਨਾਂ ਨੂੰ ਡਾਇਰੈਕਟ ਇਨਵੈਸਟਮੈਂਟ ਵਾਸਤੇ ਕਹਿ ਰਹੇ ਹਾਂ ਕਿ ਸਿੱਧੇ ਪੈਸੇ ਲਾਓ ਜੀ, ਜ਼ਮੀਨ ਦੇਖੋ ਕਿੱਥੇ ਚਾਹੀਦੀ ਹੈ। ਕੋਈ ਸਰਕਾਰ ਵੱਲੋਂ ਕਿਸੇ ਕਿਸਮ ਦੀ NOC ਜਾਂ ਕੋਈ CLU ਜਾਂ ਕੋਈ ਹੋਰ ਖੱਜਲ ਖੁਆਰੀ ਜਿਹੜੀ ਹੈ ਉਹ ਤੁਹਾਨੂੰ ਨਹੀਂ ਹੋਣ ਦੇਵਾਂਗੇ। इस समिट के पहले दिन ਜਿਹੜੀਆਂ ਕੰਪਨੀਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਮੇਦਾਂਤਾ, ITC, ਭਾਰਤੀ ਗਰੁੱਪ, ਮਹਿੰਦਰਾ ਐਂਡ ਮਹਿੰਦਰਾ, ਸਵਰਾਜ ਅਤੇ ਕਈ ਕੌਮਾਂਤਰੀ ਕੰਪਨੀਆਂ ਵੀ ਸ਼ਾਮਿਲ ਰਹੀਆਂ। ਮੇਦਾਂਤਾ ਦੇ ਚੇਅਰਮੈਨ ਡਾਕਟਰ ਨਰੇਸ਼ ਤ੍ਰਿਹਨ ਨੇ ਪੰਜਾਬੀ ਜ਼ਬਾਨ ਅਤੇ ਪੰਜਾਬੀਆਂ ਦੀ ਜੱਫੀ ਦਾ ਜ਼ਿਕਰ ਆਪਣੀ ਤਕਰੀਰ ਵਿੱਚ ਕੀਤਾ ਤਾਂ ਮੁੱਖ ਮੰਤਰੀ ਨੇ ਉਹਨਾਂ ਦੀ ਤਕਰੀਰ ਤੋਂ ਬਾਅਦ ਸੀਟ ਤੋਂ ਉੱਠ ਕੇ ਉਹਨਾਂ ਨੂੰ ਜੱਫੀ ਪਾਈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਿਵੇਸ਼ ਦੇ ਚਾਹਵਾਨ ਸਨਅਤਕਾਰਾਂ ਨੂੰ ਕਾਗਜ਼ੀ ਕਾਰਵਾਈ ਦੇ ਨਾਂ ਤੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਸਿਰਫ ਥਾਂ ਦੀ ਰਜਿਸਟਰੀ ਦੇ ਸਟਾਂਪ ਪੇਪਰਾਂ ਦਾ ਰੰਗ ਹੀ ਸਭ ਕੁਝ ਬਿਆਨ ਕਰ ਦੇਵੇਗਾ। ਜ਼ਮੀਨ ਦਾ ਵੀ ਲਿਆ ਨਾਲ ਨਕਸ਼ਾ ਵੀ ਲਿਆ, ਦੋਨੋਂ ਇੱਕੋ ਥਾਂ ਤੇ ਕਰ ਦਾਂਗੇ ਤੇ ਨਾਲ ਕਲਰ ਕੋਡਿੰਗ ਆਫ ਸਟੈਂਪ ਪੇਪਰਾਂ ਦੇ ਰੰਗ ਉਹਨਾਂ ਦੇ ਕੰਮ ਮੁਤਾਬਕ ਕਰ ਦਾਂਗੇ। ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਉਹ ਅਲੱਗ ਕਲਰ ਦਾ ਅਲੱਗ ਰੰਗ ਦਾ ਸਟਾਂਪ ਖਰੀਦੂਗਾ, ਉਹ ਮਹਿੰਗਾ ਵੀ ਹੋਊਗਾ ਤੇ ਉਹਦੇ ਵਿੱਚ CLU ਦੇ ਉਹਦੇ ਸਾਰੇ ਜਿਹੜੇ ਪੈਸੇ ਨੇ, ਜਿਹੜੇ ਚਾਰਜ ਨੇ, ਉਹ ਰਜਿਸਟਰੀ ਵੇਲੇ ਉਹ ਤੋਂ ਲੈ ਜਾਣਗੇ ਤੇ ਰਜਿਸਟਰੀ ਹੋਗੀ ਤਾਂ ਉਹ ਅਗਲੇ ਦਿਨ ਆਪਣੀ ਪਹਿਲੀ ਇੱਟ ਆਪਣੀ ਇੰਡਸਟਰੀ ਦੀ, ਆਪਣੀ ਫੈਕਟਰੀ ਦੀ ਲਾ ਸਕਦਾ ਹੈ। ਇਸੇ ਤਰ੍ਹਾਂ ਹਾਊਸਿੰਗ ਵਾਸਤੇ, ਕਲੋਨੀਆਂ ਵਾਸਤੇ ਉਹ ਰੰਗ ਹੋਰ ਹੋਊਗਾ। ਇਸ ਸਮਿਟ ਤੋਂ ਪਹਿਲਾਂ ਹੀ ਸਰਕਾਰ ਦਾ ਦਾਅਵਾ ਹੈ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ ਤਕਰੀਬਨ 40,000 ਕਰੋੜ ਦਾ ਨਿਵੇਸ਼ ਪੰਜਾਬ ਵਿੱਚ ਹੋ ਚੁੱਕਿਆ ਹੈ ਅਤੇ ਇਸ ਨਿਵੇਸ਼ ਦੇ ਨਾਲ ਪੰਜਾਬ ਵਿੱਚ 2.5 ਲੱਖ ਦੇ ਕਰੀਬ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਨੇ। ਮੋਹਾਲੀ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। Ladies and gentlemen, ਤਾਂ ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ ਔਰ ਸਿੱਧਾ ਜਿਹਾ ਸਵਾਲ ਹੈ ਕਿ ਇਸ ਵਾਰ ਵੱਖਰਾ ਕੀ ਹੋਏਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੋਈ ਵੱਡੀ ਇਨਵੈਸਟਮੈਂਟ ਆਉਣ ਜਾ ਰਹੀ ਹੈ। ਵੱਖ-ਵੱਖ ਕੰਪਨੀਆਂ ਦਾ ਜ਼ਿਕਰ CM ਦੇ ਵੱਲੋਂ ਕਰ ਵੀ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਨਿਵੇਸ਼ਕਾਂ ਨੂੰ, ਕੰਪਨੀਆਂ ਨੂੰ ਕਿ ਪੰਜਾਬ ਦੇ ਵਿੱਚ ਆਓ, ਖੱਜਲ ਖੁਆਰੀ ਤਾਂ ਅਸੀਂ ਨਹੀਂ ਹੋਣ ਦੇਵਾਂਗੇ। ਸਿੱਧਾ ਜਿਹਾ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕਿੰਨੀ ਇਨਵੈਸਟਮੈਂਟ ਜ਼ਮੀਨੀ ਪੱਧਰ ਦੇ ਉੱਤੇ ਨਜ਼ਰ ਆਏਗੀ,
ਤੇ ਦੂਜੀ ਗੱਲ ਕਦੋਂ ਨਜ਼ਰ ਆਏਗੀ, ਕਿਉਂਕਿ ਸਿੱਧੇ ਤੌਰ ਦੇ ਉੱਤੇ ਇਹ ਪੂਰਾ ਮਾਮਲਾ ਰੋਜ਼ਗਾਰ ਦੇ ਨਾਲ ਜੁੜਿਆ ਹੋਇਆ ਹੈ। ਜਿਹੜੇ ਅੱਜ ਪੰਜਾਬ ਦੇ ਨੌਜਵਾਨ ਕਾਲਜਸ ਦੇ ਵਿੱਚ ਡਿਗਰੀਆਂ ਹਾਸਲ ਕਰ ਰਹੇ ਨੇ, ਉਹ ਜਾਣਨਾ ਚਾਹੁੰਦੇ ਨੇ ਕਿ ਆਉਣ ਵਾਲੇ 1-2 ਸਾਲ ਦੇ ਵਿੱਚ ਉਹਨਾਂ ਦੀਆਂ ਉਹ ਡਿਗਰੀਆਂ ਪੰਜਾਬ ਦੇ ਵਿੱਚ ਹੀ ਕੰਮ ਆਉਣਗੀਆਂ ਕਿ ਉਹ ਇੱਥੇ ਬੈਠ ਕੇ ਹੀ ਨੌਕਰੀ ਲੈ ਸਕਣ। ਜਿਹੜੇ ਹੋਰ ਸਕਿਲਡ ਸਾਡੇ ਕੋਲ ਇਸ ਸਮੇਂ ਨੌਜਵਾਨ ਤਿਆਰ ਹੋ ਰਹੇ ਨੇ ਜਾਂ ਬੱਚੇ ਤਿਆਰ ਹੋ ਰਹੇ ਨੇ ਜੋ ਖੂਬ ਮਿਹਨਤ ਕਰ ਰਹੇ ਨੇ, ਉਹਨਾਂ ਦੇ ਲਈ ਕੀ ਕੁਝ ਸਰਕਾਰ ਦੇ ਕੋਲ ਰੋਡ ਮੈਪ ਹੈ, ਸਭ ਦਾ ਜ਼ਿਕਰ ਹੋਏਗਾ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਡਾਕਟਰ ਸਨੀ ਅਹਲੂਵਾਲੀਆ ਜੀ ਜੁੜ ਰਹੇ ਨੇ ਪਾਰਟੀ ਨੂੰ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ। ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਸਾਡੇ ਨਾਲ ਸਕਾਈਪ ਦੇ ਜ਼ਰੀਏ ਜੁੜ ਰਹੇ ਨੇ। ਸੋਢੀ ਸਾਹਿਬ ਸਵਾਗਤ ਹੈ। ਤੇ ਸਾਡੇ ਨਾਲ ਜਸਕਰਨ ਕਾਲੋ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਾਲੋ ਜੀ ਵੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸਾਰੇ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਡਾਕਟਰ ਸਨੀ ਅਹਲੂਵਾਲੀਆ ਜੀ ਤੁਹਾਡੇ ਤੋਂ। ਦੇਖੋ ਇਸ ਸਮੇਂ ਜ਼ਿਕਰ ਬਹੁਤ ਹੋ ਰਿਹਾ ਹੈ ਸੀਐਮ ਦੀਆਂ ਸਟੇਟਮੈਂਟਸ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਵਾਈਆਂ ਨੇ, ਪੰਜਾਬ ਸੁਣ ਰਿਹਾ ਹੈ ਸੀਐਮ ਨੂੰ। ਲੋਕ ਜਾਣਨਾ ਚਾਹੁੰਦੇ ਨੇ ਕਿ ਵੱਖਰਾ ਕੀ ਹੈ ਇਸ ਵਾਰ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਹ ਐਮਓਯੂ ਜਾਂ ਜਿਹੜੇ ਵਾਅਦੇ ਇਸ ਸਮੇਂ ਕੀਤੇ ਜਾ ਰਹੇ ਨੇ ਵੱਡੇ ਵੱਡੇ ਸਨਅਤਕਾਰਾਂ ਦੇ ਵੱਲੋਂ, ਵੱਡੀਆਂ ਵੱਡੀਆਂ ਕੰਪਨੀਆਂ ਦੇ ਵੱਲੋਂ, ਉਹ ਹਕੀਕਤ ਦੇ ਵਿੱਚ ਵੀ ਸਭ ਕੁਝ ਪੰਜਾਬ 'ਚ ਨਜ਼ਰ ਆਏਗਾ? ਦੇਖੋ ਅੱਜ ਦੀ ਜਿਹੜੀ ਸਬਮਿਟ ਹੋਈ ਹੈ ਉਹਦੇ ਅੰਦਰ ਗੌਰਵ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਸੀਐਮ ਸਾਹਿਬ ਨੇ ਕਿਹਾ ਕਿ 2 ਚੀਜ਼ਾਂ ਨੇ ਜਿਸ ਤੋਂ ਇੰਡਸਟਰੀਅਲਿਸਟ, ਜਿਸ ਤੋਂ ਐਂਟਰਪ੍ਰੈਨਰਸ ਡਰਦੇ ਨੇ। ਕੀ ਹੈ? ਇੱਕ ਤਾਂ ਸੀਐਲਯੂ ਹੈ, ਇੱਕ ਐਨਓਸੀ ਹੈ। ਜ਼ਮੀਨ ਲੈਣ ਤੋਂ ਬਾਅਦ ਵੀ ਬੰਦਾ ਕਹਿੰਦਾ ਵੀ ਮੇਰਾ ਸੀਐਲਯੂ ਤੇ ਸਭ ਤੋਂ ਜ਼ਿਆਦਾ ਖਰਚਾ ਹੁੰਦਾ ਹੈ। ਜ਼ਮੀਨ ਦੀ ਕੀਮਤ ਨਹੀਂ ਚੁੱਭਦੀ ਕਿਸੇ ਨੂੰ, ਪਰ ਜਿਹੜੀ ਰਿਸ਼ਵਤ ਦੇਣੀ ਪੈਂਦੀ ਸੀ ਐਨਓਸੀ ਤੇ ਸੀਐਲਯੂ ਦੀ ਬਹੁਤ ਵੱਡੀ, ਉਸ ਤੋਂ ਬਾਅਦ ਇਹ ਨਹੀਂ ਪਤਾ ਹੁੰਦਾ ਸੀ ਵੀ ਕਿੰਨੇ ਸਾਲਾਂ 'ਚ ਕਲੀਅਰ ਹੋਏਗੀ। ਅੱਜ ਮਾਨ ਸਾਹਿਬ ਨੇ ਗੱਲ ਕਲੀਅਰ ਕਰਤੀ ਵੀ ਸੀਐਲਯੂ ਐਨਓਸੀ ਹਟਾ ਹੀ ਦੇਣਾ। ਇਨੋਵੇਸ਼ਨ ਜਿਹੜੀ ਮਾਨ ਸਾਹਿਬ ਨੇ ਸਭ ਤੋਂ ਵੱਡੀ ਕੀਤੀ ਕਿ ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰ ਦਾਂਗੇ। ਦੇਖੋ ਤੁਸੀਂ ਪਲਾਨ ਦੇਖੋ, ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਪਿਛਲੇ ਕਹਿ ਸਕਦੇ ਵੀ 1 ਸਾਲ ਤੋਂ ਲੱਗੇ ਹੋਏ ਨੇ ਕਿ ਆਪਾਂ ਕਿਵੇਂ ਇੰਡਸਟਰੀਅਲਿਸਟ ਨੂੰ ਪੰਜਾਬ ਵੱਲ ਅਟਰੈਕਟ ਕੀਤਾ ਜਾਏ ਤਾਂ ਕਿ ਏਮਪਲੋਇਮੈਂਟ ਜਨਰੇਟ ਕੀਤੀ ਜਾਏ। ਗ੍ਰੀਨ ਕਲਰ ਦਾ ਸਟੈਂਪ ਪੇਪਰ ਇੰਡਸਟਰੀਅਲਿਸਟ ਲਈ ਦੱਸਿਆ ਉਹਨਾਂ ਨੇ ਕਿਹਾ ਇਹਦਾ ਰੇਟ ਜ਼ਿਆਦਾ ਜ਼ਰੂਰ ਹੋਊਗਾ, ਪਰ ਜਿਸ ਦਿਨ ਤੁਹਾਡੀ ਤੁਸੀਂ ਸਾਨੂੰ ਦੱਸੋਗੇ ਵੀ ਇਹ ਟੁੱਕ ਦਾ ਆਪਾਂ ਇੱਥੇ ਇੰਡਸਟਰੀ ਲਾਣੀ ਹੈ, ਅਸੀਂ ਪਹਿਲਾਂ ਸਾਰੀਆਂ ਕਲੀਅਰੈਂਸ ਆਪਣੇ ਲੈਵਲ ਤੇ ਲਾਂਗੇ। ਸਾਰੀਆਂ ਕਲੀਅਰੈਂਸ ਲੈ ਕੇ 15 ਦਿਨ ਦੇ ਅੰਦਰ ਅੰਦਰ ਤੁਹਾਡੀ ਜਿਸ ਦਿਨ ਰਜਿਸਟਰੀ ਹੋਏਗੀ ਅਗਲੇ ਦਿਨ ਤੋਂ ਤੁਸੀਂ ਉਸ ਜਗ੍ਹਾ ਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਇਹ ਸਭ ਤੋਂ ਵੱਡੀ ਇਨੋਵੇਟਿਵ ਡਿਜ਼ਾਈਨ ਮਾਨ ਸਾਹਿਬ ਨੇ ਕੀਤਾ। ਦੂਜੀ ਗੱਲ ਜਿਹੜੀ ਹੋਰ ਇੱਥੇ, ਕਿਹੜਾ ਇਹੋ ਜਿਹਾ ਮੁੱਖ ਮੰਤਰੀ ਹੈ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਬਮਿਟ 'ਚ ਬੈਠਾ ਰਹਿੰਦਾ ਹੈ, ਉਹ ਸਬਮਿਟ ਦੇ ਹਰ ਇੱਕ ਬੰਦੇ ਨੂੰ ਮਿਲਦਾ ਹੈ, ਉਹਨਾਂ ਨਾਲ ਖਾਣਾ ਖਾਂਦਾ ਹੈ, ਉਹ ਡੋਰ ਟੂ ਡੋਰ, ਉਹਨਾਂ ਨੇ ਮੈਂਸ਼ਨ ਕੀਤਾ ਆਪਣੀ ਗੱਲ 'ਚ, ਕਹਿੰਦੇ ਮੈਂ ਡੋਰ ਟੂ ਡੋਰ ਜਾ ਕੇ ਇਸ ਜਿਹੜੀ ਸਬਮਿਟ ਹੈ ਉਹਦੇ ਲਈ ਮੈਂ ਬੰਬੇ ਗਿਆ, ਮੈਂ ਹਰ ਇੱਕ ਜਗ੍ਹਾ ਤੇ ਬੈਂਗਲੌਰ ਗਿਆ, ਹੈਦਰਾਬਾਦ ਗਿਆ, ਜਰਮਨੀ ਗਿਆ ਤੇ ਉੱਥੇ ਜਾ ਕੇ ਮੈਂ ਇਨਵਾਈਟ ਕਰਕੇ ਆਇਆ। ਔਰ ਜਦ ਉਹ ਕਿਹਾ ਕਿ ਗੋਦਰੇਜ ਵਾਲੇ ਵੀ ਸਾਡੇ ਪਟਿਆਲੇ ਦੇ ਨੇ, ਤਰਾਨ ਸਾਹਿਬ ਨੇ ਬੜੀ ਇਮੋਸ਼ਨਲ ਗੱਲ ਕੀਤੀ, ਹਰ ਇੱਕ ਇੰਡਸਟਰੀ, ਮਿੱਤਲ ਸਾਹਿਬ ਸਾਡੇ ਇੱਥੋਂ ਦੇ ਨੇ, ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੇ ਆ। ਮੈਂ ਥੋੜਾ ਜਿਹਾ ਮੈਂਸ਼ਨ ਕਰਦਾ ਸਰ, ਇੱਕ ਛੋਟਾ ਜਿਹਾ ਸਵਾਲ, ਉਸ ਤੋਂ ਬਾਅਦ ਮੈਂ ਬਾਕੀ ਪੈਨਲਿਸਟ ਦਾ ਜ਼ਿਕਰ ਰੁਕ ਕਰਾਂਗਾ। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਸੀਐਲਯੂ ਦਾ ਜਾਂ ਫਿਰ ਐਨਓਸੀ ਦਾ ਕਿ ਅਸੀਂ ਉਸ ਨੂੰ ਸੁਖਾਵਾਂ ਕਰ ਰਹੇ ਹਾਂ, ਇਸ ਤੋਂ ਪਹਿਲਾਂ ਸਿੰਗਲ ਵਿੰਡੋ ਵਾਲਾ, ਇਹ ਬਹੁਤ ਸਾਰੇ ਇਸ ਤਰੀਕੇ ਨਾਲ ਜ਼ਿਕਰ ਹੋਏ ਨੇ ਜਿਹੜੇ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਤੌਰ ਦੇ ਉੱਤੇ ਦਾਅਵੇ ਕੀਤੇ ਗਏ, ਪਰ ਉਹ ਲਾਲ ਫੀਤਾਸ਼ਾਹੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਸ ਜਾਂਦੀਆਂ ਨੇ। ਮੈਂ ਇਹੀ ਜਾਣਨਾ ਚਾਹ ਰਿਹਾ ਕਿ ਬਾਕੀ ਸੀਐਲਯੂ ਐਨਓਸੀ ਵਾਲੀਆਂ ਚੀਜ਼ਾਂ ਬੜੀਆਂ ਆਸਾਨੀ ਨਾਲ ਹੋ ਸਕਣਗੀਆਂ। ਇਹ ਸਿਰਫ ਮੈਂ ਨਹੀਂ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬੀ ਤੇ ਨਾਲ ਨਾਲ ਜਿਹੜੇ ਇਨਵੈਸਟਰਸ ਨੇ ਉਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਦਾਅਵਾ ਹੋ ਗਿਆ, ਜ਼ਿਕਰ ਕਰਤਾ, ਭਰੋਸਾ ਦੇ ਦਿੱਤਾ, ਹੁਣ ਇੰਪਲੀਮੈਂਟ ਕਿਵੇਂ ਹੋਏਗਾ? ਨਹੀਂ, ਇਹਦੀ ਏਦਾਂ ਹੈ, ਮਾਨ ਸਾਹਿਬ ਨੇ ਇਹਦੇ ਉੱਤੇ ਪਹਿਲਾਂ ਸਾਰੀ ਡਿਜ਼ਾਈਨ ਬਣਾਇਆ, ਡਿਜ਼ਾਈਨ ਕਰਨ ਤੋਂ ਬਾਅਦ ਹੀ ਇਸ ਨੂੰ ਰੱਖਿਆ ਅੱਗੇ। ਹੁਣ ਜਿਹੜੀ ਗੱਲ ਕਹਿੰਦੇ ਨੇ ਹੋਏਗਾ ਨਹੀਂ, ਜੋ ਵਿਰੋਧੀ ਦੇ ਜਿਹੜਾ ਕੰਮ ਹੈ ਇਹ ਤੇ ਹਰ ਇੱਕ ਚੀਜ਼ ਨੂੰ ਕਹਿੰਦੇ ਸੀ ਇਹ ਤੇ ਚਲਾ ਹੀ ਨਹੀਂ ਸਕਦੇ, ਇਹ ਤੇ ਕਰ ਹੀ ਨਹੀਂ ਸਕਦੇ, ਆਮ ਆਦਮੀ ਪਾਰਟੀ ਜਿੱਤ ਹੀ ਨਹੀਂ ਸਕਦੀ, ਨਾ ਇਹ ਨਹੀਂ। ਜਿਸ ਪਾਰਟੀ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਹੈ, ਇਹਨੂੰ ਇੰਨੀ ਵੱਡੀ ਸਟੇਬਿਲਿਟੀ ਦਿੱਤੀ ਹੈ, ਉਹ ਪਾਰਟੀ ਗਵਰਨੈਂਸ ਲਈ ਜਿਹੜੀ ਪਾਰਟੀ ਦਿੱਲੀ ਜਾਣੀ ਜਾਂਦੀ ਸੀ ਅੱਜ ਉਹ ਪੰਜਾਬ 'ਚ ਜਾਣੀ ਜਾ ਰਹੀ ਹੈ, ਔਰ ਇਹਦੇ ਕਰਕੇ ਹੀ ਇਨਵੈਸਟਮੈਂਟ ਆ ਰਹੀ ਹੈ। ਆਪਾਂ ਪੁਰਾਣੀ ਗੱਲ ਤੇ ਕਰਦੇ ਹਾਂ
ਇੱਕ ਸਾਲ ਦੇ ਅੰਦਰ 2.5 ਲੱਖ ਜਿਹੜੇ ਲੋਕਾਂ ਨੂੰ ਜੌਬ ਵੀ ਦਿੱਤੀ ਹੈ ਇਸ ਪਾਰਟੀ ਨੇ, ਜਿਹੜੀ ਇੰਡਸਟਰੀ ਤੋਂ ਇਨਵੈਸਟਮੈਂਟ ਆਈ ਹੈ। ਔਰ ਤੁਹਾਨੂੰ ਦੱਸ ਕੇ ਖੁਸ਼ੀ ਹੁੰਦੀ ਹੈ 40,000 ਕਰੋੜ ਦੀ ਤਾਂ ਇਨਵੈਸਟਮੈਂਟ ਆ ਚੁੱਕੀ ਹੈ। ਠੀਕ ਹੈ, ਸੀਐਮ ਲਗਾਤਾਰ ਜ਼ਿਕਰ ਕਰ ਰਹੇ ਹਨ। ਅਗਲੇ 2 ਦਿਨਾਂ 'ਚ ਜਿਹੜੀ ਇਹ ਸਬਮਿਟ ਚਲਦੀ ਪਈ ਹੈ, ਅੱਜ ਦਾ ਇੱਕ ਦਿਨ ਸੀ, ਕੱਲ ਦਾ ਦਿਨ ਸੀ, ਇਸ 'ਚ ਹੋਰ ਵੱਡੇ ਲੋਕਾਂ ਨੇ, ਤਰਾਨ ਸਾਹਿਬ ਨੇ ਵੀ ਕਹਿਤਾ, ਕਹਿੰਦਾ ਮੈਂ ਹਸਪੀਟਲ ਲਗਾਉਣਾ ਚਾਹੁੰਦਾ ਇੱਥੇ। ਹੁਣ ਹਰ ਇੱਕ ਬੰਦਾ ਕਹਿੰਦਾ ਮੈਂ ਇੱਥੇ ਇਨਵੈਸਟਮੈਂਟ ਕਰਨਾ ਚਾਹੁੰਦਾ। ਕਈ ਬਾਹਰੋਂ ਚੈਨਲਸ ਆਏ ਹੋਏ ਸੀ, ਤੁਸੀਂ ਵੀ ਉਹਨੂੰ ਕਵਰ ਕੀਤਾ। ਇਲੈਕਟ੍ਰਿਕ ਟਰੈਕਟਰ ਜਿਹੜਾ ਹੈਗਾ ਉਹ ਐਕਸਪੋਰਟ ਹੁੰਦਾ ਸਾਡੇ ਇੱਥੇ, ਤੇ ਇਲੈਕਟ੍ਰਿਕ ਦੀ ਮਾਰਕੀਟ ਕਿੰਨੀ ਵੱਡੀ ਖੁੱਲ ਰਹੀ ਹੈ। ਗੋਬਿੰਦਗੜ੍ਹ ਲਈ ਇੱਥੇ ਬਹੁਤ ਵੱਡੇ ਇੰਡਸਟਰੀਅਲਿਸਟ ਬੈਂਗਲੌਰ ਤੋਂ ਆਏ, ਉਹ ਕਹਿੰਦੇ ਸੀ ਗੋਬਿੰਦਗੜ੍ਹ 'ਚ ਇਨਵੈਸਟ ਕਰਨਾ ਹੈ। ਤੇ ਇਸ ਕਰਕੇ ਜਿਹੜੀ ਇਨਵੈਸਟਮੈਂਟ ਆਲਰੇਡੀ ਦੇਖੋ ਚੰਗੀ ਗੱਲ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਵੇ, ਇਨਵੈਸਟ ਹੋਵੇ। ਠੀਕ ਹੈ ਸਰ, ਜੋ ਤੁਸੀਂ ਗੱਲ ਕਰ ਰਹੇ ਹੋ, ਦੇਖੋ ਲੋਕਾਂ ਨੂੰ ਤਾਂ ਵਧੀਆ ਲੱਗਦਾ ਹੈ ਕਿ ਜੇ ਇਨਵੈਸਟਮੈਂਟ ਆ ਰਹੀ ਹੈ ਪੰਜਾਬ ਦਾ ਵਿੱਚ, ਉਸ ਦਾ ਭਲਾ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਹੋਰ ਚਾਹੀਦਾ ਕੀ ਹੈ? ਤਰੱਕੀ ਤਾਂ ਫਿਰ ਇਸ ਤਰੀਕੇ ਨਾਲ ਹੀ ਹੁੰਦੀ ਹੈ ਨਾ। ਮੈਂ ਬਾਕੀ ਪੈਨਲਿਸਟ ਦਾ ਰੁਖ ਕਰਦਾ, ਤੁਹਾਡੇ ਕੋਲ ਵਾਪਸ ਆਉਂਗਾ। ਤੁਹਾਨੂੰ ਅੱਜ ਸਾਰਿਆਂ ਦੇ ਜਵਾਬ ਵੀ ਦੇਣੇ ਹੋਣਗੇ ਜਿਹੜੇ ਪੈਨਲਿਸਟ ਸਾਡੇ ਨਾਲ ਨੇ। ਸਾਡੇ ਨਾਲ ਕਾਂਗਰਸ ਤੋਂ ਕਾਲੋਂ ਸਾਹਿਬ ਨੇ। ਕਾਲੋਂ ਸਾਹਿਬ, ਤਕਰੀਰਾਂ ਦੇ ਵਿੱਚ ਦਮ ਨਜ਼ਰ ਆ ਰਿਹਾ ਹੈ, ਕਹਿ ਰਹੇ ਨੇ ਕਿ ਬਹੁਤ ਕੁਝ ਬਦਲਿਆ ਹੈ, ਔਰ ਜਿਹੜਾ ਪੂਰਾ ਪ੍ਰੋਸੈਸ ਜਿਸ ਦੀ ਵਜ੍ਹਾ ਦੇ ਨਾਲ ਇਨਵੈਸਟਮੈਂਟ ਹੁੰਦੀ ਨਹੀਂ ਸੀ, ਸਿਰਫ MOU ਤੱਕ ਸੀਮਿਤ ਰਹਿ ਜਾਂਦੀ ਸੀ, ਅਸੀਂ ਉਸ ਨੂੰ ਚੇਂਜ ਕਰ ਰਹੇ ਹਾਂ, ਉਸ ਦਾ ਅਸਰ ਨਜ਼ਰ ਆਏਗਾ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਜਿਹੜੀ ਇਹ ਨਿਵੇਸ਼ ਦੀ ਗੱਲ ਕਰਦੇ ਨੇ, ਮੈਂ ਸਮਝਦਾ ਕਿ ਪੰਜਾਬ ਇਸ ਵੇਲੇ ਵਿਨਾਸ਼ ਵੱਲ ਵੱਧ ਗਿਆ। ਸੋ ਪਹਿਲਾਂ ਆਪਾਂ ਵਿਨਾਸ਼ ਤੋਂ ਬਚਾ ਲਈਏ, ਫਿਰ ਹੀ ਜਿਹੜਾ ਨਿਵੇਸ਼ਕ ਹੈ ਉਹ ਪੰਜਾਬ ਵੱਲ ਆਊਗਾ। ਅੱਜ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣ ਗਿਆ ਹੈ, ਮੈਨੂੰ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਬਾਹਰੋਂ ਇਨਵੈਸਟਰ ਤੇ ਛੱਡੋ, ਜਿਹੜੇ ਪੰਜਾਬ ਦੇ ਇਨਵੈਸਟਰ ਸੀਗੇ, ਜਿਹੜਾ ਪੰਜਾਬ ਦਾ ਉਦਯੋਗਪਤੀ ਸੀਗਾ, ਉਹ ਤੇ ਦਿੱਲੀ ਵਰਗੇ ਸੂਬੇ ਦੇ ਵਿੱਚ ਜਾ ਰਿਹਾ ਹੈ, ਉੱਥੇ ਜਾ ਕੇ 2.5 ਲੱਖ ਕਰੋੜ ਦੀ ਇਨਵੈਸਟਮੈਂਟ ਦੀ ਜਿਹੜੀ ਹੈ MOU ਸਾਈਨ ਕਰਕੇ ਆ ਰਿਹਾ ਹੈ। ਤੇ ਇਹ ਕਿਸ ਤਰੀਕੇ ਦੇ ਨਾਲ ਪ੍ਰਭਾਵ ਪਾਉਣਗੇ ਬਾਹਰ ਦੇ ਇਨਵੈਸਟਰ ਦੇ ਉੱਤੇ? ਸਭ ਤੋਂ ਪਹਿਲਾਂ ਇਨਵੈਸਟਰ ਇੱਥੇ ਆ ਕੇ ਕੀ ਵੇਖੇਗਾ? ਆਪਣੇ ਜਾਨ ਮਾਲ ਦੀ ਰਾਖੀ। ਬਈ ਜਾਨ ਮਾਲ ਦੀ ਰਾਖੀ ਤੇ ਸੂਬਾ ਸਰਕਾਰ ਕਰ ਹੀ ਨਹੀਂ ਪਾ ਰਹੀ, ਤੇ ਕਿਸ ਦੇ ਭਰੋਸੇ ਆਏਗਾ? ਅੱਜ ਜੋ ਅਜਨਾਲੇ ਦੇ ਵਿੱਚ ਹੋਇਆ, ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਇੱਕ ਦੌਰ ਚੱਲਿਆ, ਕਾਲਾ ਦੌਰ ਜਿਹਨੂੰ ਅਸੀਂ ਪੰਜਾਬ ਦਾ ਕਹਿੰਦੇ ਆ, ਮੈਨੂੰ ਨਹੀਂ ਲੱਗਦਾ ਕਿ ਉਸ ਸਮੇਂ ਵੀ ਕਦੇ ਥਾਣੇ ਦੇ ਉੱਤੇ ਕਬਜ਼ਾ ਹੋਇਆ ਹੋਵੇਗਾ। ਅੱਜ ਪਹਿਲੀ ਵਾਰੀ ਹੋਇਆ ਕਿ ਅਜਨਾਲਾ ਥਾਣੇ ਦੇ ਵਿੱਚ ਜਿਹੜਾ ਕਬਜ਼ਾ ਹੋ ਗਿਆ, ਔਰ ਸ਼ਾਇਦ ਅਜੇ ਵੀ ਕਬਜ਼ਾ ਉੱਥੇ ਹੈ, ਕਬਜ਼ਾ ਅਜੇ ਛਡਾਇਆ ਨਹੀਂ ਗਿਆ ਇਹਨਾਂ ਕੋਲੋਂ, ਸਰਕਾਰ ਕੋਲੋਂ। ਸੋ ਕਿਤੇ ਨਾ ਕਿਤੇ CM ਸਾਹਿਬ ਚਾਹੇ ਕਾਗਜ਼ਾਂ ਦੇ ਰੰਗ ਗੁਲਾਬੀ ਕਰ ਦੇਣ, ਹਰੇ ਕਰ ਦੇਣ, ਚਾਹੇ ਅਫਲਾਤੂਨੀ ਕਰ ਦੇਣ, ਉਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ। 100 ਵਾਰੀ ਸਨੀ ਜੀ ਕਹਿ ਦੇਣ ਉਹਨਾਂ ਨੇ ਰੋਟੀ ਵੀ ਖਾਧੀ, ਉਹਨਾਂ ਨੇ ਹੋਰ ਵੀ ਕੀਤਾ, ਹੋਰ ਵੀ ਕਰਵਾ ਲੈਂਦੇ ਜੋ ਕਰ ਸਕਦੇ ਸੀ। CM ਕਹਿ ਰਹੇ ਕਿ 2 ਕੰਪਨੀਆਂ ਜਰਮਨੀ ਦੀਆਂ ਗਈਆਂ ਹੋਈਆਂ ਨੇ PIU ਦੇ ਵਿੱਚ, ਬਹੁਤ ਸਾਰੇ ਜਿਹੜੇ ਇਨਵੈਸਟਰਸ ਨੇ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ। ਸਨੀ ਜੀ ਕਹਿ ਰਹੇ ਨੇ ਕਿ ਕੋਈ ਗੋਬਿੰਦਗੜ੍ਹ ਦੇ ਵਿੱਚ ਕਰਨਾ ਚਾਹੁੰਦਾ। ਵਧੀਆ ਗੱਲ ਕੀਤੀ ਹੈ ਤੁਸੀਂ, ਜਰਮਨੀ ਵਾਲੀ ਯਾਦ ਕਰਾਤੀ ਹੈ। ਜਰਮਨੀ ਜਾਂ ਫਲਾਈਟ ਵਾਲੀ ਵੀ ਗੱਲ ਫਿਰ ਅੱਜ CM ਸਾਹਿਬ ਕਰ ਲੈਂਦੇ ਉਹਨਾਂ ਨਾਲ ਵੀ ਕਿਉਂ ਇਦਾਂ ਕੀਤਾ ਗਿਆ ਉਹਨਾਂ ਨਾਲ, ਉੱਥੇ ਕੀ ਲੈ ਕੇ ਆਏ, ਉੱਥੋਂ ਜਰਮਨੀ ਗਏ, ਉੱਥੋਂ ਗੱਲ ਹੋਈ ਸੀ BMW ਇੰਡੀਆ 'ਚ ਆ ਰਹੀ ਹੈ, ਪਰ ਕਿੱਥੇ ਆ BMW? ਅੱਜ ਤੇ ਨਹੀਂ ਆਈ BMW। ਅੱਜ ਕੌਣ ਆਇਆ? ਤ੍ਰਿਹਾਨ ਸਾਹਿਬ। ਅੱਜ ਕੌਣ ਆਇਆ? ਸੋਨਾਲੀਕਾ ਵਾਲੇ ਪਿੱਤਲ ਸਾਹਿਬ। ਅੱਜ ਕੌਣ ਆਇਆ? ਆਲਰੇਡੀ ਜਿਹੜੇ ਇੱਥੇ ਐਗਜ਼ਿਸਟਿੰਗ ਜਿੰਨੇ ਮਹਿੰਦਰਾ ਤੇ ਸਵਰਾਜ ਦਾ ਆਲਰੇਡੀ ਪਲਾਂਟ ਜਿਹੜਾ ਸਭ ਤੋਂ ਵੱਡਾ ਯੂਨਿਟ ਪੰਜਾਬ ਦੇ ਵਿੱਚ ਨੇ, ਨਵਾਂ ਕੌਣ ਆਇਆ? ਨਵੇਂ ਦੀ ਗੱਲ ਕਰਨ। ਔਰ ਜਿਹੜੀ ਗੱਲ ਰਹੀ ਇਹਨਾਂ ਦੀ ਮੰਡੀ ਗੋਬਿੰਦਗੜ੍ਹ ਦੀ, ਸਾਰੀ ਫਰਨੈਸ ਇੰਡਸਟਰੀ ਤੇ ਤਰਾਹੀਮਾਮ ਕਰ ਰਹੀ ਹੈ, ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਨੇ ਵਿਚਾਰਿਆਂ ਦੀਆਂ। ਉਹ ਸੂਬਾ ਛੱਡ ਕੇ ਬਾਹਰ ਨਿਕਲ ਗਏ ਨੇ, ਭੱਜ ਗਏ ਨੇ ਵਿਚਾਰੇ ਉਦਯੋਗਪਤੀ। ਕਿਹਦੀ ਇਨਵੈਸਟਮੈਂਟ ਦੀ ਗੱਲ ਕਰਦੇ ਨੇ? ਸੋ ਬੜੀ ਹਾਸੋ ਹੋਣੀਆਂ ਗੱਲਾਂ ਨੇ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਡਾਕਟਰ ਸਾਹਿਬ ਤੁਸੀਂ ਜਵਾਬ ਦਿਓ, ਥੋੜਾ ਜਿਹਾ ਇੰਤਜ਼ਾਰ ਕਰਿਓ, ਮੈਂ ਇੱਕ ਵਾਰ ਸਾਰਿਆਂ ਨੂੰ ਐਡ ਕਰ ਲਵਾਂ। ਮੈਂ ਕਲੇਰ ਸਾਹਿਬ ਦਾ ਰੁਖ ਕਰਦਾ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕਲੇਰ ਸਾਹਿਬ, ਬਹੁਤ ਸਾਰੇ ਜਿਹੜੇ ਇਨਵੈਸਟ ਪੰਜਾਬ ਦਾ, ਜਾਂ ਉਸ ਸਮੇਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਵੀ ਤੁਸੀਂ ਇਹ ਸਮਿਟ ਵਗੈਰਾ ਕਰਵਾਏ ਨੇ, ਪਰ ਗੱਲ ਉਹੀ ਘੁੰਮ ਫਿਰ ਕੇ ਆਉਂਦੀ ਹੈ ਕਿ MOU ਤੋਂ ਫਿਰ ਜ਼ਮੀਨੀ ਹਕੀਕਤ ਤੱਕ ਬੜਾ ਫਰਕ ਰਹਿ ਜਾਂਦਾ ਹੈ। ਤੇ ਸਰਕਾਰ ਇਸ ਵਾਰ ਦਾਅਵਾ ਇਹੀ ਕਰ ਰਹੀ ਹੈ ਕਿ ਇਸ ਵਾਰ ਨਹੀਂ ਫਰਕ ਰਹੇਗਾ, ਇਸ ਵਾਰ ਅਸੀਂ ਪੂਰੇ ਪੱਕੇ ਪੈਰੀ ਆ ਰਹੇ ਹਾਂ, ਔਰ ਜਿਹੜੇ ਇੰਡਸਟਰੀਅਲਿਸਟ ਨੂੰ ਦਿੱਕਤ ਆਉਂਦੀ ਸੀ ਉਸ ਨੂੰ ਦੂਰ ਕਰ ਰਹੇ ਹਾਂ। ਗੌਰਵ ਜੀ, ਅੱਜ ਮੇਰੀ ਦਿਨ ਦੇ ਵਿੱਚ ਬਹੁਤ ਸਾਰੇ ਸੀਨੀਅਰ ਜਰਨਲਿਸਟ ਦੇ ਨਾਲ ਗੱਲ ਹੁੰਦੀ ਰਹੀ ਹੈ, ਤੇ ਹਰ ਬੰਦੇ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੇਲੇ ਸਮਿਟ ਹੁੰਦਾ ਸੀ ਤੇ ਜਿਹੜਾ ਅੱਜ ਸਮਿਟ ਹੋਇਆ, ਉਹ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਦੇਖੋ ਵੀ ਉਸ ਸਮਿਆਂ ਦੇ ਵਿੱਚ ਉਰੇ ਵੱਡੀਆਂ ਕੰਪਨੀਆਂ ਰਿਲਾਇੰਸ ਵਰਗੀਆਂ ਆਉਂਦੀਆਂ ਰਹੀਆਂ ਨੇ, ਟਾਟਾ ਸਟੀਲਸ, ਉਹ ਸਾਰੇ ਆਉਂਦੇ ਰਹੇ ਨੇ, ਭਾਰਤੀ ਮਿੱਤਲ ਜੀ ਜਿਹੜੇ ਆਪਣੇ ਪੰਜਾਬ ਦੇ ਨੇ, ਅੱਜ ਉਰੇ ਪਹੁੰਚੇ ਹੀ ਨਹੀਂ ਉਹ। ਤੇ ਅੱਜ ਸਭ ਤੋਂ ਵੱਡਾ ਇਹਨਾਂ ਨੂੰ ਇੰਡਸਟਰੀਲਿਸਟ ਕੌਣ ਸੀ? ਡਾਕਟਰ ਤ੍ਰੇਹਨ ਆਏ, ਜਾਂ ਜਿਹੜੇ ਪੰਜਾਬ ਦੇ ਵਿੱਚ ਆਲਰੇਡੀ ਐਗਜ਼ਿਸਟਿੰਗ ਨੇ। ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਵੇਲੇ ਜਿਹੜੀ ਇਨਵੈਸਟਮੈਂਟ ਆਈ ਹੈ ਅੱਜ ਸਾਰੀ ਧਰਤੀ ਦੇ ਉੱਤੇ ਹੈ। ਇਨਫੋਸਿਸ ਪੰਜਾਬ ਦੇ ਵਿੱਚ ਹੈ, ਕਰਕਿਤ ਖੰਡ ਨਾਈਪਰ, ਆਇਸ਼ਰ, ਨੈਰੋਲੈਕ, ਤਿੰਨੇ ਪੰਜਾਬ ਦੇ ਵਿੱਚ ਨੇ, ਕੰਮ ਕਰ ਰਹੀਆਂ ਨੇ। ਫੋਰਟੀਜ਼ ਮੈਕਸ ਪੰਜਾਬ ਦੇ ਵਿੱਚ ਨੇ, ਬਠਿੰਡਾ ਰਿਫਾਈਨਰੀ ਪੰਜਾਬ ਦੇ ਵਿੱਚ ਹੈ, ਏਮਜ਼ ਹੈ। ਸੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਸੇ ਨਾਲ MOU ਕੀਤੇ ਉਹ ਧਰਤੀ ਦੇ ਉੱਤੇ ਨੇ ਤੇ ਚੱਲ ਰਹੇ ਨੇ।
ਔਰ ਅੱਜ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਕਰਾਈ ਤਾਂ ਇੱਕ ਇੰਨੀ ਹਾਸੋਹੀਣੀ ਸਥਿਤੀ ਬਣੀ। ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਚਲੋ ਜਿਹੜੇ ਆਏ, ਮੈਂ ਨਹੀਂ ਕਹਿੰਦਾ ਚਲੋ ਜੋ ਪੰਜਾਬ ਚੱਲ ਕੇ ਆਏ ਉਹਨਾਂ ਨਾਲ ਸਬਮਿਟ ਕਰ ਰਹੇ ਸੀ, ਦੂਜੇ ਪਾਸੇ ਪੈਰਲਲ ਪੰਜਾਬ ਦੇ ਥਾਣੇ ਦੇ ਉੱਤੇ ਕਬਜ਼ਾ ਹੋ ਗਿਆ ਤਾਂ ਦੁਪਹਿਰ ਤੱਕ ਤਾਂ ਉਹਨਾਂ ਚੋਂ ਵੀ ਬਹੁਤ ਬਿਨਾਂ ਰੋਟੀ ਖਾਧੇ ਖਿਸ ਗਏ ਸੀ। ਇਹ ਐਮਓਯੂ ਇਹਨਾਂ ਨੇ ਕਰਾਏ ਨਹੀਂ, ਐਮਓਯੂ ਹੋਏ ਨਹੀਂ, ਉਹਨੂੰ ਬਾਅਦ ਚ ਕਵਰ ਅਪ ਕਰਨ ਲਈ ਸਾਡੇ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨਾ ਜੀ ਨਾ ਅਸੀਂ ਐਮਓਯੂ ਨਹੀਂ ਕਰਨੇ, ਅਸੀਂ ਤਾਂ ਸਿੱਧੀ ਇਨਵੈਸਟਮੈਂਟ ਹੀ ਕਰਾਉਣੀ ਹੈ, ਕਿਉਂਕਿ ਕੋਈ ਐਮਓਯੂ ਕਰਨ ਨੂੰ ਤਿਆਰ ਹੀ ਨਹੀਂ ਹੋਇਆ। ਕਿਉਂਕਿ ਜਿੰਨੇ ਵੱਡੇ ਹੁੰਦੇ ਨੇ ਜੀ ਮਲਟੀਨੈਸ਼ਨਲਸ, ਉਹ ਦੇਖਦੇ ਨੇ ਕਿ ਪੰਜਾਬ ਦੇ ਵਿੱਚ ਅੱਜ ਕੀ ਸਾਡੀ ਜਾਨ ਮਾਲ ਸੁਰੱਖਿਅਤ ਹੈ, ਨਹੀਂ ਹੈ, ਲਾਅ ਐਂਡ ਆਰਡਰ ਨਹੀਂ ਹੈ। ਔਰ ਦੂਸਰੀ ਗੱਲ, ਤੁਸੀਂ ਤੁਰਤਾ ਪਏ ਆਮ ਆਦਮੀ ਪਾਰਟੀ ਵਾਲੇ ਇਨਵੈਸਟਰ ਸਮਿਟ ਕਰਾਉਣ ਨੂੰ, ਤੁਸੀਂ ਨਿਵੇਸ਼ ਦੀ ਗੱਲ ਕਰਦੇ ਹੋ ਤੇ ਨਾਲ ਹੀ ਗਵਰਨਰ ਸਾਹਿਬ ਤੁਹਾਡਾ ਬਜਟ ਸੈਸ਼ਨ ਰੋਕ ਦਿੰਦੇ ਨੇ, ਕਿਉਂਕਿ ਤੁਸੀਂ ਉਹਨਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਸੀ ਜਿਹੜੀ ਕਿ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਵਰਤਣੀ ਚਾਹੀਦੀ ਸੀ। ਮੁੱਖ ਮੰਤਰੀ ਦੀ ਨਲਾਇਕੀ ਸੀ। ਨਹੀਂ, ਆਪਸ ਵਿੱਚ ਜੁੜਦੀਆਂ ਨੇ ਚੀਜ਼ਾਂ ਇਨਵੈਸਟਮੈਂਟ ਦੇ ਨਾਲ। ਮੈਨੂੰ ਇਹ ਦੱਸੋ ਜੀ ਕਿ ਇਨਵੈਸਟਮੈਂਟ ਸਭ ਕਿਵੇਂ ਜੁੜਦੀਆਂ ਨੇ? ਮੈਂ ਖਾਸ ਤੌਰ ਤੇ ਗਵਰਨਰ ਵਾਲੀ ਜੇ ਗੱਲ ਕਹਾਂ, ਮੈਂ ਗੌਰਵ ਜੀ ਸਾਰਾ ਜਿਹੜਾ ਸੂਬਾ ਹੈ ਨਾ ਉਹ ਇੱਕੋ ਚੀਜ਼ ਦੇ ਆਲੇ ਦੁਆਲੇ ਘੁੰਮਦਾ, ਬਜਟ ਦੇ ਆਲੇ ਦੁਆਲੇ। ਅਗਰ ਸਰਕਾਰ ਬਜਟ ਹੀ ਨਾ ਪੇਸ਼ ਕਰ ਸਕੀ ਜਿਹੜਾ ਗਵਰਨਰ ਸਾਹਿਬ ਨੇ ਰੋਕ ਲਾਤੀ ਤਾਂ ਫਿਰ ਬਾਕੀ ਤਾਂ ਸਾਰੀਆਂ ਚੀਜ਼ਾਂ ਦੂਰ ਛੱਡੋ, ਤਨਖਾਹ ਵੀ ਨਹੀਂ ਦੇ ਸਕਦੇ, 1 ਰੁਪਈਆ ਗੱਡੀ ਵੀ ਨਹੀਂ ਚੱਲ ਸਕਦੀ ਪੰਜਾਬ ਸਰਕਾਰ ਦੀ। ਬਜਟ ਐਡੀ ਇੰਪੋਰਟੈਂਟ ਚੀਜ਼ ਹੈ। ਸੋ ਅੱਜ ਜੋ ਪੰਜਾਬ ਦੇ ਹਾਲਾਤ ਨੇ, ਮੈਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਹੂੰਗਾ ਕਿ ਪਹਿਲਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਗੱਲ ਕਰਨ। ਜਿੱਥੇ ਸਾਡਾ ਪੁਲਿਸ ਹੈੱਡਕੁਆਟਰ ਅੰਡਰ ਅਟੈਕ ਹੈ, ਰਾਕਟ ਲਾਂਚਰ ਵੱਜ ਗਿਆ, ਜਿੱਥੇ ਸਾਡੇ ਥਾਣਿਆਂ ਤੇ ਰਾਕਟ ਲਾਂਚਰ ਵੱਜ ਗਏ, ਸਾਡੇ ਖਿਡਾਰੀਆਂ ਵਪਾਰੀਆਂ ਦੇ ਕਤਲ ਹੋ ਰਹੇ ਨੇ, ਤੁਸੀਂ ਛੋਟੇ ਕੱਪੜਾ ਵਪਾਰੀਆਂ ਦੀ ਤਾਂ ਫਰੌਤੀਆਂ ਕਰਕੇ ਜਾਨ ਜਾ ਰਹੀ ਹੈ ਤੇ ਆਪਾਂ ਗੱਲਾਂ ਕਰ ਰਹੇ ਹਾਂ ਵੱਡੇ ਇੰਡਸਟਰੀਲਿਸਟਾਂ ਦੀਆਂ। ਔਰ ਅੱਜ ਐਡੀ ਵੱਡੀ ਨਿਊਜ਼ ਹੈ ਹਿੰਦੂ ਦੀ, ਦਾ ਹਿੰਦੂ ਨਿਊਜ਼ਪੇਪਰ ਚੱਕ ਲਓ, ਪੋਲੀਟੀਕਲ ਨਿਊਜ਼ਪੇਪਰ ਨਹੀਂ ਹੈਗਾ, ਉਹਦੇ 'ਚ ਦੇਖੋ ਕਿ ਪੰਜਾਬ ਦੇ ਇੰਡਸਟਰੀਲਿਸਟ ਬਾਈ ਨੇਮ ਲਿਖੇ ਨੇ। ਉਹ ਕਹਿੰਦੇ ਕਿ ਜੋ ਪੰਜਾਬ ਇੰਡਸਟਰੀ ਦੇ ਉੱਤੇ ਪਾਲਿਸੀ ਲੈ ਕੇ ਆ ਰਿਹਾ ਸਾਨੂੰ ਮਾਰਨ ਵਾਲੀ ਹੈ, ਉਹ ਪੰਜਾਬ 'ਚੋਂ ਯੂਪੀ ਭੱਜਣ ਨੂੰ ਤਿਆਰ ਨੇ। ਤੁਹਾਨੂੰ ਲੱਗਦਾ ਕਿ ਇਨਵੈਸਟਮੈਂਟ ਸਮਿਟ ਦੇ ਵਿੱਚ ਜਿਹੜੇ ਆ ਰਹੇ ਆ ਉਹ ਨਹੀਂ ਆ ਰਹੇ? ਦੇਖੋ ਤੁਸੀਂ ਕਹਿ ਰਹੇ ਹੋ ਜਾ ਰਹੇ ਆ, ਸਰਕਾਰ ਕਹਿ ਰਹੀ ਆ ਰਹੇ ਆ, ਉਹ ਆਪਣਾ ਨਜ਼ਰੀਆ ਦੇਖਣ ਵਾਲਾ ਹੋ ਸਕਦਾ ਹੈ। ਫਿਰ ਕਲੀਅਰ ਕਰਦੇ ਜੀ, ਪਹਿਲੀ ਗੱਲ ਤਾਂ ਕੋਈ ਵੱਡਾ ਇੰਡਸਟਰੀਅਲ ਹਾਊਸ ਅੱਜ ਇਨਵੈਸਟ ਸਮਿਟ 'ਚ ਆਇਆ ਹੀ ਨਹੀਂ। ਐਗਜ਼ਿਸਟਿੰਗ ਜਿਵੇਂ ਪਹਿਲਾਂ ਦੱਸਿਆ, ਜਰਮਨੀ ਦੀਆਂ ਕੰਪਨੀਆਂ ਸੀਐਮ ਦਾਅਵਾ ਕਰ ਰਹੇ ਨੇ। ਦੇਖੋ ਸੀਐਮ ਦੇ ਦਾਅਵੇ ਤਾਂ ਆਪਾਂ ਬਹੁਤ ਸੁਣੇ ਨੇ ਜੀ। ਸੀਐਮ ਨੇ ਤਾਂ ਕਿਹਾ ਸੀ ਗੋਲਡੀ ਬਰਾੜ ਵੀ ਫੜ ਲਿਆ, BMW ਦਾ ਪਲਾਂਟ ਵੀ ਲਾਤਾ, ਵਿਜੇ ਸਿੰਗਲੇ ਦੀ ਆਡੀਓ ਵੀ ਹੈਗੀ। ਸੀਐਮ ਸਾਹਿਬ ਦੀਆਂ ਗੱਲਾਂ ਤਾਂ ਚੁਟਕਲੇ ਹੀ ਨੇ, ਜੋ ਜੁਗਨੂ ਕਹਿੰਦਾ ਉਹੀ ਸਾਡੇ ਮੁੱਖ ਮੰਤਰੀ ਅੱਜ ਵੀ ਉਹੀ ਚੀਜ਼ਾਂ ਕਰ ਰਹੇ ਨੇ। ਸੋ ਇਹਨਾਂ ਦੀ ਗੱਲਾਂ ਤੇ ਨਹੀਂ, ਔਨ ਪੇਪਰਸ ਕੀ ਹੈ? ਔਨ ਪੇਪਰਸ ਕੁਛ ਨਹੀਂ। ਪੰਜਾਬ ਇਹਨਾਂ ਨੇ ਬਿਲਕੁਲ ਇੱਕ ਮਾੜੇ ਹਾਲਾਤਾਂ ਦੇ ਵਿੱਚ ਪਹੁੰਚਾ ਦਿੱਤਾ ਹੈ। ਅੱਜ ਪੰਜਾਬ ਕੋਲੇ ਮੈਨੂੰ ਲੱਗਦਾ ਹੈ ਕਿ ਨਾ ਤਾਂ ਪੰਜਾਬ ਦੀ ਰਾਜਧਾਨੀ ਵੀ ਇਹ ਛੱਡੀ ਬੈਠੇ ਨੇ, ਪਾਣੀ ਵੀ ਇਹ ਕੰਪਰੋਮਾਈਜ਼ ਕਰੀ ਬੈਠੇ ਨੇ, ਔਰ ਰਹਿੰਦਾ ਖੁੰਦਾ ਪੰਜਾਬ ਦਾ ਜੇ ਬਜਟ ਸੈਸ਼ਨ ਵੀ ਨਾ ਹੋਇਆ, ਔਰ ਜੋ ਹਾਲਾਤ ਨੇ ਉਰੇ ਨਾਰਕੀ ਕਰਕੇ ਇੰਡਸਟਰੀਲਿਸਟ ਬਾਹਰ ਭੱਜੇ ਜਾ ਰਹੇ ਨੇ, ਔਰ ਸਾਡੀ ਜਿਹੜੀ ਪੁਲਿਸ ਹੈ, ਪੁਲਿਸ ਤੇ ਮੋਰਾਲ ਇਹਨਾਂ ਦੀ ਠੀਕ ਹੈ। ਚਲੋ ਆਪਾਂ ਜਵਾਬ ਲੈ ਲਈਏ। ਪੰਜਾਬ ਅੱਜ ਖਾਤਮੇ ਵੱਲ ਤੋਰਤਾ ਹੈ ਲੋਕਾਂ। ਠੀਕ ਹੈ ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਜਵਾਬ ਦੇ ਦਿਓ ਥੋੜੀ ਜੀ ਪਲੀਜ਼, ਥੋੜਾ ਜਿਹਾ ਵੇਟ ਕਰਿਓ ਕਿਉਂਕਿ ਫਿਰ ਜਵਾਬ ਲੈਣਾ ਮੁਸ਼ਕਿਲ ਹੋਏਗਾ ਸਾਰਿਆਂ ਦਾ। ਇੱਕ ਛੋਟਾ ਜਿਹਾ ਜਵਾਬ ਡਾਕਟਰ ਸਾਹਿਬ। ਦੇਖੋ ਹਾਲਾਤ ਦਾ ਜ਼ਿਕਰ ਕਰ ਰਹੇ ਨੇ, ਉਹ ਕਹਿੰਦੇ ਕਿ ਇਨਵੈਸਟਰਸ ਆ ਨਹੀਂ ਰਹੇ, ਜਾ ਰਹੇ ਹਨ। ਦੇਖੋ ਇਦਾਂ ਹੈ ਗੌਰਵ ਜੀ, ਜਿਹੜੀ ਅਕਾਲੀ ਦਲ ਹੈ ਜਿਹੜੀ ਅੱਜ ਸਾਨੂੰ ਸਮਝਾਉਂਦੀ ਪਈ ਹੈ ਸਾਰੇ ਗੈਂਗਸਟਰਸ ਪੈਦਾ ਕਰਨ ਵਾਲੀ ਪਾਰਟੀ, ਸਾਰਾ ਚਿੱਟਾ ਲੈ ਕੇ ਦੇਸ਼ ਪੰਜਾਬ 'ਚ ਵੇਚਣ ਵਾਲੀ ਪਾਰਟੀ ਅੱਜ ਲੈਕਚਰ ਦਿੰਦੀ ਪਈ ਹੈ ਬੈਠ ਕੇ। ਇਹ ਕਹਿੰਦੇ ਵੀ ਸਾਡੇ ਟਾਈਮ ਤੇ ਸਾਰਾ ਕੁਝ ਹੋਇਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਦੀ ਸਰਕਾਰ 1 ਸਾਲ ਹੋਏ ਬਣੇ ਤੇ ਇਨਵੈਸਟਮੈਂਟ ਆਲਰੇਡੀ ਆ ਚੁੱਕੀ ਹੈ। 2.5 ਲੱਖ ਅਸੀਂ ਲੋਕਾਂ ਨੂੰ ਇੰਪਲੋਇਮੈਂਟ ਦੇ ਚੁੱਕੇ ਹਾਂ। ਇੰਨੀ ਗਵਰਨਮੈਂਟ ਜੌਬਸ, ਇੰਨੇ ਕੱਚੇ ਮੁਲਾਜ਼ਮ ਪੱਕੇ ਇਹ ਸਰਕਾਰ ਆਲਰੇਡੀ ਕਰ ਚੁੱਕੀ ਹੈ। ਅੱਜ ਸਬਮਿਟ ਦੀ ਗੱਲ ਕਰ ਰਹੇ ਨੇ, ਸਬਮਿਟ 'ਚ ਕਹਿੰਦੇ ਜੀ ਆਇਆ ਹੀ ਕੋਈ ਨਹੀਂ। ਇਹਨਾਂ ਨੇ ਤੇ ਗੱਲ ਹੀ ਖਤਮ ਕਰਤੀ ਵੀ ਆਇਆ ਹੀ ਕੋਈ ਨਹੀਂ, ਖਤਮ ਹੋ ਗਈ। ਇਹ ਮਿੱਤਲ ਸਾਹਿਬ ਦਾ ਨਾਲ ਰਹੇ, ਮਿੱਤਲ ਸਾਹਿਬ ਦੇ ਰਿਪਰੈਜ਼ੈਂਟੇਟਿਵ ਮਿੱਤਲ ਸਾਹਿਬ ਦੇ ਆਏ ਹੋਏ ਸੀਗੇ। ਇਹਨਾਂ ਨੂੰ ਸ਼ਾਇਦ ਇਹ ਭੁੱਲ ਜਾਂਦੇ ਹੈ ਕਿ ਵੀ ਕਿਸ ਹਿਸਾਬ ਦੀ ਗੱਲ ਕਿੱਥੇ ਕਰਨੀ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਪ੍ਰੈਜ਼ੈਂਸ 'ਚ ਜਿੰਨੀ ਡਿਵੈਲਪਮੈਂਟ ਇਸ ਏਰੀਆ ਦੀ ਹੋ ਰਹੀ ਹੈ, ਪੰਜਾਬ ਦੀ ਹੋ ਰਹੀ ਹੈ, ਹਰ ਇੱਕ ਏਰੀਆ 'ਚ ਉਹਨਾਂ ਨੇ ਕਿਹਾ ਸੀ ਰੂਰਲ ਪਾਰਕ ਡਿਵੈਲਪ ਕਰਨੇ ਆ, ਰੂਰਲ ਫੋਕਲ ਪੁਆਇੰਟਸ ਡਿਵੈਲਪ ਕਰ ਰਹੇ ਨੇ। 15 ਜਿਹੜੇ ਨੇ ਉਹ ਹਾਰਟੀਕਲਚਰ ਤੋਂ ਰਿਲੇਟਡ ਫੂਡ ਪ੍ਰੋਸੈਸਿੰਗ ਯੂਨਿਟਸ ਡਿਵੈਲਪ ਕਰੀ ਜਾ ਰਹੀਆਂ। ਇਨਫਰਾਸਟ੍ਰਕਚਰ ਦੀ ਗੱਲ ਕੀਤੀ, 4 ਇੰਟਰਨੈਸ਼ਨਲ 2 ਇੰਟਰਨੈਸ਼ਨਲ 에ਅਰਪੋਰਟਸ ਨੂੰ ਕਰ ਰਹੇ ਨੇ। ਜਿਹੜੀ ਗੱਲ ਹੈ ਮੈਂ ਪੁਆਇੰਟ ਦੇ ਉੱਤੇ ਆ ਰਿਹਾ ਸਰ, ਮੈਂ ਸੋਢੀ ਸਾਹਿਬ ਦਾ ਰੁਕ ਕਰਨਾ, ਬੜੀ ਦੇਰ ਦਾ ਇੰਤਜ਼ਾਰ ਕਰ ਰਹੇ ਨੇ। ਬੇਸਿਕਲੀ ਉਹ ਮਾਹੌਲ ਦਾ ਜ਼ਿਕਰ ਕਰ ਰਹੇ ਨੇ। ਕਾਂਗਰਸ ਨੂੰ ਵੀ ਤੁਸੀਂ ਸੁਣਿਆ, ਕਾਂਗਰਸ ਦੇ ਬੁਲਾਰੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੀ ਮਾਹੌਲ ਦਾ ਜ਼ਿਕਰ ਉਹ ਵਾਰ-ਵਾਰ ਕਰ ਰਹੇ ਨੇ ਕਿ ਮਾਹੌਲ ਉਸ ਤਰੀਕੇ ਦਾ ਨਹੀਂ। ਪਹਿਲਾ ਟਾਈਮ ਹੋਇਆ ਕਿ ਅਸੀਂ ਸਾਰਾ ਮਾਫੀਆ ਪੰਜਾਬ 'ਚੋਂ ਖਤਮ ਕਰਤਾ। ਹੁਣ ਇਹਨਾਂ ਨੂੰ ਤਕਲੀਫ ਇਹ ਹੋ ਰਹੀ ਹੈ ਕਿ ਸਾਰਾ ਮਾਫੀਆ ਚਲਾਉਂਦੇ ਕੌਣ ਸੀ? ਅਕਾਲੀ ਦਲ ਵਾਲੇ, ਕਾਂਗਰਸ ਵਾਲੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਵਾਲੇ। ਅੱਜ ਪੰਜਾਬ ਦੇ ਅੰਦਰ ਸਾਡੇ ਡੀਜੀਪੀ ਸਾਹਿਬ ਦਿਨ ਰਾਤ ਲੱਗੇ ਹੋਏ ਨੇ। ਉਹ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਹੈ, ਉਹ ਇੰਡੈਕਸ ਜਿਹੜਾ ਹੈਗਾ ਉਹ ਇੰਪਰੂਵ ਹੋਇਆ ਹੈ।
ਇਹਨਾਂ ਦੀ ਇਨਫੋਰਮੇਸ਼ਨ ਲਈ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬੈਟਰ ਹੋਈ ਹੈ ਠੀਕ ਹੈ। ਪਿਛਲੇ ਹਾਲਾਤਾਂ ਨਾਲੋਂ। ਤੁਹਾਡੇ ਟਾਈਮ ਛੋਟਾ ਜਿਹਾ ਮੈਂ ਛੋਟਾ ਜਿਹਾ ਦੇਖੋ, ਮੈਂ ਆਲੂਵਾਲੀਆ ਸਾਹਿਬ ਇਹ ਤਾਂ ਬਹੁਤ ਸਤਿਕਾਰਯੋਗ ਨੇ। ਆਲੂਵਾਲੀਆ ਸਾਹਿਬ, ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਹਾਲਾਤ ਸੁਧਰ ਗਏ, ਤੁਹਾਡੇ ਹੈੱਡਕੁਆਟਰ ਤੇ ਰਾਕਟ ਲਾਂਚਰ ਵੱਜਿਆ, ਕਿਹਦੀ ਸਰਕਾਰ 'ਚ ਵੱਜਿਆ? ਆਮ ਆਦਮੀ ਪਾਰਟੀ ਦੀ 'ਚ। ਥਾਣੇ ਤੇ ਕਬਜ਼ਾ ਕਿਹਦੀ ਸਰਕਾਰ 'ਚ ਹੋਇਆ? ਤੁਹਾਡੀ ਸਰਕਾਰ ਦੇ ਵਿੱਚ। ਸਿੱਧੂ ਮੂਸੇਵਾਲੇ ਦਾ ਕਤਲ ਕਿਹਦੀ ਸਰਕਾਰ 'ਚ ਹੋਇਆ? ਤੁਹਾਡੀ ਸਰਕਾਰ 'ਚ। ਖਿਡਾਰੀਆਂ ਦੇ ਕਬੱਡੀ ਦੇ ਗਰਾਊਂਡ 'ਚ ਕਤਲ ਕਿਹਦੀ ਸਰਕਾਰ 'ਚ ਹੋਇਆ? ਤੁਹਾਡੀ ਸਰਕਾਰ 'ਚ। ਚਲੋ ਇੱਕ ਇੱਕ ਕਰਕੇ ਅੱਜ 1 ਸਾਲ ਹੋ ਗਿਆ, ਦੱਸੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਕਿਹੜਾ ਵੱਡਾ ਲੀਡਰ ਤੁਸੀਂ ਨਸ਼ੇ ਦੇ ਵਿੱਚ ਫੜਿਆ? ਕਿਹੜਾ ਤੁਸੀਂ ਗੈਂਗਸਟਰ ਦੇ ਇਲਜ਼ਾਮ ਲਾਉਂਦੇ ਹੋ? ਤੁਸੀਂ 1 ਸਾਲ ਤੋਂ ਥੋੜਾ ਜਿਹਾ ਵੇਟ ਕਰੋ, 1 ਸਾਲ ਤੋਂ ਥੋੜਾ ਜਿਹਾ ਵੇਟ ਕਰੋ ਇੱਕ ਵਾਰੀ, ਮੈਨੂੰ ਰੋਕ ਕਰਨ ਦਿਓ ਇੱਕ ਵਾਰੀ। ਮੈਂ ਸੋਢੀ ਸਾਹਿਬ ਨੂੰ ਬਹੁਤ ਦੇਰ ਇੰਤਜ਼ਾਰ ਕਰਵਾਇਆ। ਠੀਕ ਹੈ, ਠੀਕ ਹੈ, ਆਪਾਂ ਬੀਜੇਪੀ ਨੂੰ ਵੀ ਐਡ ਕਰੀਏ, ਉਹਨਾਂ ਦਾ ਵੀ ਰਿਐਕਸ਼ਨ ਬਹੁਤ ਜ਼ਰੂਰੀ ਹੈ। ਜਲ ਸਿੰਘ ਸੋਢੀ ਸਾਡੇ ਨਾਲ ਜੁੜੇ ਹੋਏ ਨੇ। ਸੋਢੀ ਸਾਹਿਬ, ਇਨਵੈਸਟ ਪੰਜਾਬ ਪੂਰਾ ਸਮਿਟ ਚੱਲ ਰਿਹਾ ਹੈ, ਸਰਕਾਰ ਦਾਅਵਾ ਕਰ ਰਹੀ ਹੈ ਕਿ ਇਨਵੈਸਟਮੈਂਟ ਪਹਿਲਾਂ 40,000 ਕਰੋੜ ਦਾ ਆਲਰੇਡੀ ਆ ਚੁੱਕਿਆ ਹੈ ਤੇ ਹੁਣ ਵੀ ਪਾਈਪਲਾਈਨ ਦੇ ਵਿੱਚ ਹੈ। ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਵੱਡੇ ਸਨਅਤਕਾਰ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਇਨਵੈਸਟ ਕਰ ਰਹੇ ਨੇ। ਦੇਖੋ ਗੌਰਵ ਜੀ, ਜਿਸ ਤਰ੍ਹਾਂ ਦੀ ਆਪਾਂ ਡਿਬੇਟ ਕਰ ਰਹੇ ਹਾਂ ਕਿ ਜੋ ਇਨਵੈਸਟਮੈਂਟ ਨੂੰ ਲਿਆਉਣ ਵਾਸਤੇ ਸਬਮਿਟ ਜਿਹੜੀ ਕਰਵਾਈ ਗਈ ਹੈ ਜੀ, ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਜਿਹੜਾ ਹੈਗਾ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਜੀ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਜਾਂ ਪ੍ਰਾਈਵੇਟ ਕੰਪਨੀ ਦਾ ਵਿਰੋਧ ਕਰਦੇ ਸੀ ਕਿ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਰਕਾਰੀ ਇੰਡਸਟਰੀ ਔਰ ਸਰਕਾਰੀ ਇੰਨਾ ਅਸੀਂ ਐਪਲਾਈਮੈਂਟ ਦੇਵਾਂਗੇ ਕਿ ਲੋੜ ਹੀ ਨਾ ਪਵੇ। ਲੇਕਿਨ ਅੱਜ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਮੈਂ ਸਮਝੂ ਮਿਹਨਤਾਂ ਹੀ ਕਰ ਰਹੇ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇੱਥੇ ਜਿਹੜਾ ਹੈਗਾ ਆਪਣਾ ਇਨਵੈਸਟਮੈਂਟ ਕਰੋ, ਉਦਯੋਗ ਲਗਾਓ। ਅਸੀਂ ਵੀ ਚਾਹੁੰਦੇ ਹਾਂ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਉਦਯੋਗ ਆਵੇ, ਵੱਧ ਤੋਂ ਵੱਧ ਇਨਵੈਸਟਮੈਂਟ ਹੋ ਕੇ ਜਿਹੜਾ ਉਦਯੋਗ ਲੱਗੇ ਉਹ ਇੱਥੋਂ ਦੇ ਮਜ਼ਦੂਰ, ਵਪਾਰੀ, ਬੇਰੁਜ਼ਗਾਰ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੁਜ਼ਗਾਰ ਮਿਲੇ। ਅਸੀਂ ਚਾਹੁੰਦੇ ਹਾਂ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਲੇਕਿਨ ਇੱਕ ਇਹ ਗੱਲ ਜ਼ਰੂਰੀ ਹੈ ਕਿ ਜਿਸ ਸੂਬੇ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ, ਜਿੱਥੇ ਤੁਸੀਂ ਖਤਰਨਾਕ ਅਪਰਾਧੀ ਗੈਂਗਸਟਰਾਂ ਦੀ ਗੱਲ ਕਰਦੇ ਹੋ ਜੀ ਔਰ ਪੁਲਿਸ ਨੂੰ ਇਹ ਕਹਿੰਦੇ ਆ ਕਿ ਅਸੀਂ ਫ੍ਰੀ ਹੈਂਡ ਕਰਤਾ। ਮੈਂ ਸਮਝਦਾ ਹਾਂ ਕਿ ਫ੍ਰੀ ਹੈਂਡ ਇਹਨਾਂ ਨੇ ਕੀਤਾ ਹੈ ਕਿ ਜੇ ਕੋਈ ਵਿਅਕਤੀ ਸ਼ਰੇਆਮ ਸੜਕਾਂ ਦੇ ਉੱਪਰ ਤਲਵਾਰਾਂ ਔਰ ਲੋਹੇ ਦੀਆਂ ਲਾਠੀਆਂ ਦੇ ਨਾਲ ਸਨਾਮ ਦੇ ਵਿੱਚ ਬੰਦੇ ਕੁੱਟੇ ਜਾਂਦੇ ਹੋਣ ਔਰ ਫਿਰੋਜ਼ਪੁਰ ਦੇ ਵਿੱਚ ਔਰਤ ਉੱਤੇ ਹਮਲਾ ਹੋ ਕੇ ਸ਼ਰੇਆਮ ਪੁਲਿਸ ਦੀ ਹਾਜ਼ਰੀ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਹੋਣ, ਜਾਂ ਪਾਰਕਿੰਗ ਦੇ ਮੱਥੇ ਇੱਕ ਜਿਹੜੀ ਆਪਣੀ ਮਾਂ ਧੀ ਨੂੰ ਕੁੱਟਿਆ ਜਾਂਦਾ ਹੋਵੇ, ਠੀਕ ਹੈ, ਤੇ ਜਿੱਥੇ ਖਤਰਨਾਕ ਅਪਰਾਧੀਆਂ ਦਾ ਤਾਂ ਪਹਿਲਾਂ ਗੱਲ ਸੀਗੀ, ਲੇਕਿਨ ਅੱਜ ਸੜਕਾਂ ਦੇ ਉੱਪਰ ਜਿਸ ਤਰ੍ਹਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕ ਲਾਠੀਆਂ ਤਲਵਾਰਾਂ ਲੈ ਕੇ ਆਉਂਦੇ ਨੇ ਤੇ ਜਾਂ ਜਿਸ ਤਰ੍ਹਾਂ ਦੇ ਹਾਲਾਤ, ਮੈਂ ਸਮਝਦਾ ਕਿ ਸਭ ਦੇਖੋ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਸੁਧਰੀ ਹੈ ਸਥਿਤੀ, ਬੈਟਰ ਹੋਇਆ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਜਿਹੜੀ ਗੱਲ ਸੁਣਾ ਰਿਹਾ ਕਿ ਹਾਲਾਤ ਕਿੱਥੇ ਸੁਧਰੇ ਨੇ। ਤੁਸੀਂ ਤੁਹਾਡੇ ਟੀਵੀ ਦੇ ਉੱਪਰ ਤੁਸੀਂ ਰੋਜ਼ ਜਿਹੜੀ ਹੈਗੀ ਹੈ ਰੋਜ਼ ਖਬਰ ਚਲਾਉਣੇ ਹੋ ਕਿ ਫਲਾਨੀ ਜਗ੍ਹਾ ਦੇ ਉੱਪਰ ਲਾਠੀਆਂ ਦੇ ਨਾਲ ਪੁਲਿਸ ਦੇ ਹਾਜ਼ਰੀ ਦੇ ਵਿੱਚ ਲੋਕ ਕੁੱਟੇ ਗਏ, ਲੇਕਿਨ ਮੈਂ ਸਮਝਦਾ ਕਿ ਉਹ ਇਨਵੈਸਟਰ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਦੇ ਯਕੀਨ ਕਿਵੇਂ ਕਰਨਗੇ ਕਿ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਜੀਰਾ ਫੈਕਟਰੀ ਸ਼ਰਾਬ ਦੀ ਬੰਦ ਕਰਤੀ, ਲੇਕਿਨ ਧਰਨਾ ਅੱਜ ਵੀ ਲੱਗਿਆ ਹੋਇਆ। ਇਹ ਝੂਠਾਂ ਦੀ ਪਾਰਟੀ ਹੈ। ਪਹਿਲਾਂ ਤਾਂ ਮੈਨੂੰ ਇਹ ਦੱਸਣ ਜਿਹੜਾ ਰਹੇ ਨੇ ਕਿ 40,000 ਕਰੋੜ ਦਾ ਇਨਵੈਸਟਮੈਂਟ ਹੋ ਗਈ, ਉਹ ਕਿੱਥੇ ਹੋਈ ਹੈ? ਪੰਜਾਬ ਦੇ ਵਿੱਚ ਤਾਂ ਕਿਤੇ ਨਹੀਂ। ਅੱਜ ਪੰਜਾਬ ਦਾ ਜਿਹੜਾ ਉਦਯੋਗਪਤੀ ਹੈ ਉਹ ਸਾਰਾ ਆਪਣਾ ਉਦਯੋਗ ਇੱਥੋਂ ਕੋਈ ਮੱਧ ਪ੍ਰਦੇਸ਼ ਲੈ ਕੇ ਜਾ ਰਿਹਾ, ਕੋਈ ਯੂਪੀ ਲੈ ਕੇ ਜਾ ਰਿਹਾ। ਇਹ ਸਿਰਫ ਜਿਹੜੀਆਂ ਗੱਲਾਂ ਕਰਦੇ ਨੇ। ਠੀਕ ਹੈ, ਡਾਕਟਰ ਸਾਹਿਬ ਤੋਂ ਜਵਾਬ ਲੈ ਲਈ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਡਾਕਟਰ ਸਾਹਿਬ। ਦੇਖੋ, ਸਭ ਤੋਂ ਜਿਹੜੀ ਪਹਿਲੀ ਗੱਲ ਹੈ ਨਾ ਉਹ ਇਹ ਹੈਗੀ ਹੈ ਕਿ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਹੈ ਇਹ ਚਾਹੁੰਦੀਆਂ ਪੰਜਾਬ 'ਚ ਇਹੋ ਜਿਹੀਆਂ ਸਬਮਿਟ ਹੋਣ ਕਿ ਨਾ ਹੋਣ। ਪੰਜਾਬ 'ਚ ਆਪਾਂ ਜੇ ਇੰਡਸਟਰੀ ਲੈ ਕੇ ਆ ਰਹੇ ਹਾਂ, ਕੋਈ ਮਾੜਾ ਕੰਮ ਕਰ ਰਹੇ ਹਾਂ ਕਿ ਚੰਗਾ ਕੰਮ ਕਰ ਰਹੇ ਹਾਂ। ਅੱਜ ਬਾਰ-ਬਾਰ ਚੈਨਲ ਦੇ ਉੱਤੇ ਬੈਠ ਕੇ ਇਹ ਕਹਿਣਾ ਚਾਹ ਰਹੇ ਹੈ ਕਿ ਨਹੀਂ ਜੀ ਨਹੀਂ, ਇੱਥੇ ਕੁਝ ਨਹੀਂ ਹੋ ਰਿਹਾ, ਇੱਥੇ ਕੁਝ ਨਹੀਂ ਹੋ ਰਿਹਾ। ਗੌਰਵ ਜੀ, ਇੰਨੇ ਇੰਡਸਟਰੀਲਿਸਟ ਆਏ, ਇੰਨੀ ਵੱਡੀ, ਇਹ ਕਹਿੰਦੇ ਜੀ ਜਾ ਕੇ ਮੁੱਖ ਮੰਤਰੀ ਪੈਰੀ ਪੈ ਰਿਹਾ। ਮੁੱਖ ਮੰਤਰੀ ਤਾਂ ਖੁਦ ਕਹਿ ਰਿਹਾ ਮੈਂ ਡੋਰ ਟੂ ਡੋਰ ਜਾ ਰਿਹਾ,
ਤੁਹਾਡੀ ਬੇਵਕੂਫੀਆਂ ਕਰਕੇ, ਤੁਹਾਡੀ ਪੋਲੀਟੀਕਲ ਪਾਰਟੀ ਦੇ ਜਿਹੜੀਆਂ ਪਾਲਿਸੀਆਂ ਕਰਕੇ ਲੋਕੀ ਪੰਜਾਬ ਜੀਡੀਪੀ ਚ ਨੰਬਰ 1 ਹੁੰਦਾ ਹੈ। ਸੁਣੋ ਗੱਲ ਸੁਣੋ, ਪੰਜਾਬ ਜੀਡੀਪੀ ਚ ਨੰਬਰ 1 ਹੁੰਦਾ ਸੀ। ਇਲੈਕਸ਼ਨ ਇਹ ਤੋਂ ਪਿਛਲੇ 15-20 ਸਾਲਾਂ ਚ ਤੁਸੀਂ ਪੰਜਾਬ ਦਾ ਬੇੜਾ ਕਰ ਕਰਤਾ। ਇੱਕ ਕਰਕੇ ਸੋਢੀ ਸਾਹਿਬ ਡਾਕਟਰ ਸਾਹਿਬ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ। ਵਧੀਆ ਡਿਬੇਟ ਹੁੰਦੀ ਹੈ ਜਦੋਂ ਲੋਕਾਂ ਤੱਕ ਗੱਲ ਪਹੁੰਚੇ। ਸਾਰੀ ਇਨਵੈਸਟਮੈਂਟ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਤੀ। ਕੀ ਰੀਜ਼ਨ ਸੀਗਾ? ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਣਾ ਹਿੱਸਾ ਮੰਗਦੇ ਸੀ। ਹਰ ਇੱਕ ਚੀਜ਼ ਦੇ ਅੰਦਰ ਤੁਹਾਡੇ ਹਿੱਸੇ ਦੇ ਬਗੈਰ ਇੰਡਸਟਰੀ ਨਹੀਂ ਲੱਗ ਸਕਦੀ ਪੰਜਾਬ 'ਚ। ਅੱਜ ਜਿੰਨੇ ਇੰਡਸਟਰੀਅਲਿਸਟ ਆਏ ਸੀ ਉਹ ਕਹਿੰਦੇ ਅੱਛਾ ਇੰਨਾ ਕਲੀਅਰ ਵੀ ਕੰਮ ਹੋ ਸਕਦਾ ਹੈ। ਅਸੀਂ ਤੁਸੀਂ ਕਹਿੰਦੇ ਤਰਲੇ ਕਰ ਰਹੇ ਹੋ, ਅਸੀਂ ਹੱਥ ਤੁਹਾਡੇ ਅੱਗੇ ਵੀ ਜੋੜਦੇ ਆ ਕਿ ਇਹੋ ਜਿਹਾ ਮਾਹੌਲ ਪੰਜਾਬ 'ਚ ਨਾ ਪੈਦਾ ਕਰੋ ਜਿਹੜਾ ਤੁਸੀਂ ਅੱਗੇ ਕੀਤਾ ਹੈ। ਠੀਕ ਹੈ, ਚਲੋ ਆਪਾਂ ਜਵਾਬ ਲਈਏ, ਸਰ ਨਾਲ ਜਵਾਬ ਲਈਏ ਜਿਹੜਾ ਤੁਸੀਂ ਪੁਆਇੰਟ ਕਿਹਾ ਕਾਲੋ ਸਾਹਿਬ। ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰਕੇ ਹੋਣ ਜਾ ਰਹੀ ਹੈ। ਠੀਕ ਹੈ, ਕਾਲੋ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਮੈਂ ਡਾਕਟਰ ਸਾਹਿਬ ਆਉਂਗਾ ਤੁਹਾਡੇ ਕੋਲ, ਜਵਾਬ ਨਾਲ ਦੀ ਨਾਲ ਰੱਖਿਓ, ਥੋੜਾ ਛੋਟਾ ਜਵਾਬ ਰੱਖਿਓ ਤਾਂ ਕਿ ਬਾਰ-ਬਾਰ ਆਪਾਂ ਸਾਰੇ ਸਵਾਲ ਪੁੱਛ ਸਕੀਏ। ਕਾਲੋ ਸਾਹਿਬ ਦੇਖੋ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਹ ਸਮਿਟ ਚਾਹੁੰਦੇ ਹੋ ਕਿ ਨਹੀਂ, ਕਾਂਗਰਸ ਇਹ ਸਮਿਟ ਚਾਹੁੰਦੀ ਹੈ ਕਿ ਨਹੀਂ, ਕਾਂਗਰਸ ਚਾਹੁੰਦੀ ਹੈ ਕਿ ਨਹੀਂ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋਵੇ। ਜੇਕਰ ਸਾਰੇ ਚਾਹੁੰਦੇ ਨੇ ਤਾਂ ਫਿਰ ਕਿੰਤੂ ਪਰੰਤੂ ਕਿਹੜੀ ਗੱਲ ਦਾ? ਗੌਰਵ ਜੀ, ਜਿੱਥੋਂ ਤੱਕ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਜਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ ਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਜਿਹੜੀ ਆ ਡਿਵੈਲਪਮੈਂਟ ਦੀ ਜਿਹੜੀ ਆ ਉਹ ਗੱਲ ਕਰਦੀ ਆਈ ਹੈ ਔਰ ਡਿਵੈਲਪਮੈਂਟ ਦੀ ਧਾਰਨੀ ਆ। ਅਸੀਂ ਕਦੀ ਵੀ ਇਹਨੂੰ ਜਾਤ ਪਾਤ ਧਰਮਾਂ ਦੇ ਰੰਗ ਦੇ ਵਿੱਚ ਜਾਂ ਫਿਰਕਾ ਪ੍ਰਸਤੀ ਦੇ ਵਿੱਚ ਪੈਣ ਵਾਲੀ ਪਾਰਟੀ ਨਹੀਂ। ਅਸੀਂ ਤਾਂ ਡਿਵੈਲਪਮੈਂਟ ਦੀ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਤੇ ਅੱਜ ਤੱਕ ਕਾਂਗਰਸ ਪਾਰਟੀ ਨੇ ਦੇਸ਼ ਨੂੰ ਜਿਹੜਾ ਹੈ, ਜਿੱਥੇ ਜਦੋਂ ਆਜ਼ਾਦ ਹੋਇਆ ਸੀ ਤੇ ਇੱਥੇ ਸ਼ਾਇਦ ਇੱਕ ਮੈਂ ਸਮਝਦਾ ਕਿ ਛੋਟੀ ਵੀ ਇੰਡਸਟਰੀ ਨਹੀਂ ਸੀ, ਅੱਜ ਜੋ ਦੇਸ਼ ਦੇ ਵਿੱਚ ਐਡਾ ਵੱਡਾ ਇਨਫਰਾਸਟ੍ਰਕਚਰ ਖੜਾ ਹੈ, ਦੇਸ਼ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਆਉਂਦਾ ਹੈ ਤੇ ਉਹਦਾ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਕ੍ਰੈਡਿਟ ਜਿਹੜਾ ਕਾਂਗਰਸ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਜਾਂਦਾ ਹੈ। ਹੁਣ ਆ ਜਾਈਏ ਦੂਸਰੀ ਗੱਲ ਦੇ ਉੱਤੇ ਕਿ ਅਸੀਂ ਇਹ ਕਹਿ ਰਹੇ ਨੇ ਕਿ ਪਾਰਟੀਆਂ ਨਹੀਂ ਚਾਹੁੰਦੀ। ਦੇਖੋ ਬਾਕੀ ਪਾਰਟੀਆਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਪਰ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ ਪੰਜਾਬ 'ਚ ਇਨਵੈਸਟਮੈਂਟ ਆਏ, ਪਰ ਪੰਜਾਬ 'ਚ ਇਨਵੈਸਟਰ ਆਏਗਾ ਕਿਵੇਂ? ਸਨੀ ਜੀ ਮੈਨੂੰ ਲੱਗਦਾ ਮਾਨ ਸਾਹਿਬ ਦੇ ਲਾਗੇ ਨੇੜੇ ਜਿਹੜੇ ਬੈਠੇ ਸਮਿਟ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਇਨਵੈਸਟਮੈਂਟ ਕਰਨਗੇ? ਬੈਠਾ ਕੌਣ ਸੀ ਪਹਿਲਾਂ ਕਲੀਅਰ ਤੇ ਕਰਨ। ਮੈਂ ਕਹਿ ਰਿਹਾ ਮਹਿੰਦਰਾ ਸਵਰਾਜ ਪਹਿਲਾਂ ਤੋਂ ਇੱਥੇ ਹੈ, ਮਿੱਤਲਸ ਪਹਿਲਾਂ ਤੋਂ ਇੱਥੇ ਹੈ, ਭਾਰਤੀ ਜੀ ਪਹਿਲਾਂ ਤੋਂ ਇੱਥੇ ਹੈ, ਤ੍ਰਿਹਾਨ ਸਾਹਿਬ ਕੀ ਇੰਡਸਟਰੀ ਨੇ, ਹਸਪੀਟਲ ਨੇ, ਉਹਨਾਂ ਨੇ ਤੇ ਮਰੀਜ਼ ਹੀ ਲੰਮੇ ਪਾਉਣੇ ਨੇ, ਉੱਥੇ ਵੀ ਪਾ ਲੈਂਦੇ ਨੇ, ਇੱਥੇ ਵੀ ਪਾ ਲੈਣਗੇ। ਉਹ ਕਿਹੜੀ ਇੰਡਸਟਰੀ? ਚਲੋ ਇੰਡਸਟਰੀ ਤਾਂ ਹੁੰਦੀ ਹੈ ਨਾ, ਕੋਈ ਹਸਪੀਟਲ ਵੱਡਾ ਖੁੱਲ ਗਿਆ 1000 ਬੈੱਡ ਦਾ। ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਅਸੀਂ ਲਖਨਊ 'ਚ 1000 ਬੈੱਡ ਦਾ ਹਸਪੀਟਲ ਖੋਲਿਆ। ਜੇ ਪੰਜਾਬ 'ਚ ਖੁੱਲੇਗਾ ਇੰਡਸਟਰੀ ਦਾ ਰੋਜ਼ਗਾਰ ਤਾਂ ਐਵੇਂ ਆਉਂਦਾ ਨਾ, ਜੇ ਹਸਪੀਟਲ ਖੁੱਲ ਗਿਆ। ਮੈਂ ਕਹਿਣਾ ਚਾਹੁੰਦਾ ਗੌਰਵ ਜੀ ਕਿ ਧਰਾਤਲ ਦੇ ਉੱਤੇ ਕੁਝ ਨਹੀਂ ਹੈ। 2.5 ਲੱਖ ਰੋਜ਼ਗਾਰ ਦੀ ਗੱਲ ਕਰਦੇ ਨੇ, ਆંકੜੇ ਪੇਸ਼ ਕਰ ਦਿਓ, ਗੱਲਾਂ ਦਾ ਕੜਾ ਕਿਉਂ ਬਣਾਉਂਦੇ ਹੋ? ਆંકੜੇ ਪੇਸ਼ ਕਰ ਦਿਓ। ਦੂਸਰੀ ਗੱਲ, ਜਿੱਥੋਂ ਤੱਕ ਸਵਾਲ ਹੈ ਪੰਜਾਬ ਦਾ, ਅਸੀਂ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੂੰ ਹਾਊਸ ਦੇ ਅੰਦਰ ਵੀ ਕਹਿੰਦੇ ਆ, ਬਾਹਰ ਵੀ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖਲੋਵਾਂਗੇ, ਪਰ ਤੁਹਾਡੇ ਝੂਠ ਨਾਲ, ਤੁਹਾਡੇ ਫਰੇਬ ਨਾਲ ਅਸੀਂ ਵੈਲਕਮ ਕਰ ਰਹੇ ਹਾਂ ਕਿ ਇਨਵੈਸਟਰਸ ਆਉਣ। ਅਸੀਂ ਵੈਲਕਮ ਕਰ ਰਹੇ ਹਾਂ, ਅੱਜ ਕੱਲ ਵੀ ਕਰਦੇ ਰਹੇ ਹਾਂ, ਅਸੀਂ ਅੱਜ ਵੀ ਕਰਦੇ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਗੌਰਵ ਕਿ ਪਿਛਲੀ ਸਾਡੀ ਸਰਕਾਰ ਦੇ ਵਿੱਚ ਇਨਵੈਸਟ ਪੰਜਾਬ ਨੂੰ ਜਿਹੜਾ ਹੈ ਟੌਪ ਪਰਫਾਰਮਿੰਗ ਦੀ ਲਿਸਟ ਦੇ ਵਿੱਚ ਜਿਹੜਾ ਇਨਵੈਸਟ ਪੰਜਾਬ ਆਇਆ ਸੀਗਾ ਸਾਡੀ ਸਰਕਾਰ, ਤੁਹਾਡੀ ਸਰਕਾਰ, ਕਾਂਗਰਸ ਦੀ ਸਰਕਾਰ ਦੇ ਦੌਰਾਨ ਇਨਵੈਸਟ ਪੰਜਾਬ ਜਿਹੜਾ ਹੈ ਉਹ ਟੌਪ ਪਰਫਾਰਮਰਸ ਦੇ ਵਿੱਚ ਆਇਆ ਸੀਗਾ। ਜਿਹੜਾ ਇੰਡੋ ਜਾਪਾਨ ਕੋਰੀਡੋਰ ਹੈ ਉਹ ਕਾਂਗਰਸ ਦੀ ਸਰਕਾਰ ਦੇ ਸਮੇਂ ਆਇਆ। ਜਿਹੜੀ ਡਿਵੈਲਪਮੈਂਟ ਮੋਹਾਲੀ ਦੇ ਵਿੱਚ ਹੋਈ ਉਹ ਜਿਹੜੀ ਹੈ ਜਿਹੜੀ ਆਈਟੀ ਇੰਡਸਟਰੀ ਹੈ ਪੂਰੀ ਦੀ ਪੂਰੀ, ਉਹ ਜਿਹੜੀ ਸਾਡੀ 2002-2007 ਵਾਲੀ ਸਰਕਾਰ ਸੀ ਉਸ ਸਮੇਂ ਆਇਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਕਿਸੇ ਕੋਲ ਵਿਜ਼ਨ ਹੋਵੇ, ਕਾਂਗਰਸ ਪਾਰਟੀ ਦੇ ਕੋਲ ਵਿਜ਼ਨ ਹੈ, ਵਿਜ਼ਨ ਹੈ ਤੇ ਅੱਜ ਦੇਸ਼ ਐਡੀਆਂ ਬੁਲੰਦੀਆਂ ਨੂੰ ਛੂਹ ਰਿਹਾ। ਇੱਕ ਰਾਤ ਦੇ ਵਿੱਚ ਇਮਾਰਤ ਤਾਂ ਬਣਦੀ ਨਹੀਂ, ਨੀਹਾਂ ਮਜ਼ਬੂਤ ਸੀ ਤੇ ਖੜੇ ਹੋ ਗਏ। ਹਾਂ, ਜਿੱਥੋਂ ਤੱਕ ਰਹੀ ਗੱਲ ਸਨੀ ਜੀ ਦੀ, ਸਨੀ ਜੀ ਵੀ ਆંકੜੇ ਪੇਸ਼ ਨਹੀਂ ਕਰ ਰਹੇ। ਕਿਹੜੇ ਆંકੜੇ ਚਾਹੀਦੇ ਨੇ, ਆਪਾਂ ਉਹੀ ਪੁੱਛ ਲੈਂਦੇ। ਦੇਖੋ ਆંકੜੇ ਨਾ ਤੇ ਇਹਨਾਂ ਨੇ 5 ਨਾਮ ਦੱਸ ਦਿੱਤੇ, ਮੈਂ 5 ਦੇ ਬਾਰੇ ਦੱਸ ਦਿੱਤਾ ਕਿ ਉਹ 5 ਆਲਰੇਡੀ ਪੰਜਾਬ 'ਚ ਬੈਠੇ ਕੰਮ ਕਰ ਰਹੇ ਨੇ। ਨਵਾਂ ਇਨਵੈਸਟਰ ਕੌਣ ਹੈ ਉਹਦੇ ਬਾਰੇ ਦੱਸਣ। ਜਿਹੜਾ 2.5 ਲੱਖ ਰੋਜ਼ਗਾਰ ਦੀ ਗੱਲ ਕਰਦੇ, ਛੋਟਾ ਜਿਹਾ ਜਵਾਬ ਲੈ ਲਈਏ। 2.5 ਲੱਖ ਰੋਜ਼ਗਾਰਾਂ ਬਾਰੇ ਜਵਾਬ ਲੈ ਲਈਏ। ਰੋਜ਼ਗਾਰ ਦੇਤਾ ਡਾਕਟਰ ਸਾਹਿਬ ਛੋਟਾ ਜਿਹਾ ਜਵਾਬ ਦੇਖੋ। ਕਹਿੰਦੇ ਆંકੜੇ ਪੇਸ਼ ਕਰੋ, ਇੱਕ ਬਹੁਤ ਵੱਡੀ ਫਿਗਰ 2.5 ਲੱਖ ਰੁਪਏ ਜਾਂ 40,000 ਕਰੋੜ ਰੁਪਏ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੱਡੀ ਫਿਗਰ ਤੁਸੀਂ ਦੱਸ ਦਿਓ। ਉਹ ਕਹਿੰਦੇ ਆંકੜੇ ਪੇਸ਼ ਕਰੋ ਕਿ ਹਾਂ ਇਹ ਕੁਝ ਹੋਇਆ ਤੇ ਇਸ ਤਰੀਕੇ ਨਾਲ ਰੋਜ਼ਗਾਰ ਮਿਲਿਆ। ਟਾਟਾ ਸਟੀਲ ਪੰਜਾਬ 'ਚ ਆ ਰਹੀ ਹੈ, ਤੁਸੀਂ ਦੱਸੋ ਪਹਿਲਾਂ ਕਿੱਥੇ ਪ੍ਰੈਜ਼ੈਂਟ ਸੀ? ਉਹ ਕਿੱਥੇ ਆ ਰਹੀ ਹੈ? ਤੁਸੀਂ ਕਹਿੰਦੇ ਹੋ ਮੈਂ ਲੁਧਿਆਣੇ ਦੇ ਕੋਲ ਆ ਰਹੀ ਹੈ ਜੀ ਟਾਟਾ ਸਟੀਲ। ਕਿੱਥੇ ਆ ਰਹੀ ਹੈ? ਕਹਿੰਦੇ ਲੁਧਿਆਣਾ ਦੇ ਵਿੱਚ ਉਹਨਾਂ ਦਾ ਪਲਾਂਟ ਲੱਗਣਾ ਸ਼ੁਰੂ। ਕਮਾਲ ਕਰਦੇ ਹੋ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਕਾਲੂ ਸਾਹਿਬ। ਗੱਲ ਏਦਾਂ ਹੈ
ਕਿ ਆਪਣੀ ਆਦਤ ਹੈ ਸਿੱਧੀ ਤੇ ਸੱਚ ਬੋਲਣ ਦੀ। ਆਮ ਆਦਮੀ ਪਾਰਟੀ ਦੀ ਬੜੀ ਕਲੀਅਰ ਆਦਤ ਹੈ। ਤੁਸੀਂ ਕਿਹਾ ਚੰਗਾ ਕਿ ਮਜ਼ਾਕ ਚੰਗਾ ਕਰ ਲੈਂਦੇ ਹੋ ਵਾਲੀਆ ਜੀ। ਨਹੀਂ ਨਹੀਂ, ਮੈਂ ਤੇ ਤੁਹਾਡੀ ਤਾਰੀਫ ਕਰਨ ਲੱਗਿਆ। ਸੁਣ ਤਾਂ ਲਓ ਮੈਂ ਤੁਹਾਡੀ ਤਾਰੀਫ ਕਰਨ ਲੱਗਿਆ। ਮੈਂ ਕਹਿ ਰਿਹਾ ਕਿ ਸਰਦਾਰ ਮਨਮੋਹਨ ਸਿੰਘ ਜੀ ਜਦ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ, ਮੋਹਾਲੀ ਦੇ ਅੰਦਰ 4 ਬਹੁਤ ਸਟੀਮਡ ਇੰਸਟੀਟਿਊਸ਼ਨ ਆਏ ਜਿਹਦਾ ਕ੍ਰੈਡਿਟ ਅਕਾਲੀ ਦਲ ਲੈਂਦੀ ਹੈ, ਉਹ ਮਨਮੋਹਨ ਸਿੰਘ ਜੀ ਨੇ ਭੇਜੇ। ਅਸੀਂ ਕਹਿੰਦੇ ਆ ਕਿ ਉਹਨਾਂ ਦੇ ਟਾਈਮ ਤੇ ਹੈ। 2017 ਤੋਂ 2022 ਵਾਲੀ ਤੁਹਾਡੀ ਜਿਹੜੀ ਸਰਕਾਰ ਸੀ, ਉੱਥੇ ਤੁਸੀਂ ਕੋਈ ਕੰਮ ਨਹੀਂ ਕੀਤਾ ਜਿਹਦੇ ਕਰਕੇ ਇੰਡਸਟਰੀ ਚਲੀ ਗਈ। ਤੁਹਾਡੇ ਟਾਈਮ ਆਈ ਨਹੀਂ, ਉਹ ਠੀਕ ਹੈ। ਕਹਿੰਦੇ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਟੌਪ ਤੇ ਉੱਤੇ ਸੀ ਕਾਂਗਰਸ ਦੇ ਸਮੇਂ। ਤੁਸੀਂ ਕਹਿ ਰਹੇ ਇਨਵੈਸਟ ਪੰਜਾਬ ਤੇ ਰਾਜਪੁਰਾ ਦੇ ਵਿੱਚ ਸਨੀ ਜੀ ਸੁਣ ਲਓ, ਪਤਾ ਕੀ ਤੁਹਾਡੇ ਤੇ ਤਾਰੀਫ ਕਰਨਾ ਨੇੜੇ ਤਾਂ ਸੁਣ ਲਿਆ ਕਰੋ। ਰਾਜਪੁਰਾ ਦੇ ਵਿੱਚ ਮੈਂ ਤੁਹਾਨੂੰ ਜਿੰਨਾ ਵੀ ਰਿਐਲਿਟੀ ਦੱਸਣ ਇੰਡਸਟਰੀਅਲ ਜ਼ੋਨ ਆਇਆ ਉਹ ਕਿਹਦੇ ਸਮੇਂ ਆਇਆ? ਤੁਹਾਡੇ ਟਾਈਮ ਦੇ ਅੰਦਰ ਇੰਡਸਟਰੀਜ਼ ਇੱਕ ਬੰਦੇ ਨੂੰ ਐਨਓਸੀ ਲੈਣ ਲਈ 4.5 ਸਾਲ ਵੇਟ ਕਰਨੀ ਪਈ। ਤੁਹਾਨੂੰ ਪਤਾ ਹੈ, ਮੈਂ ਉਸ ਇੰਡਸਟਰੀਅਲਿਸਟ ਦਾ ਨਾਂ ਨਹੀਂ ਲੈਣਾ ਚਾਹੁੰਦਾ। ਕਿਉਂ ਨਹੀਂ ਲੈਣਾ ਚਾਹੁੰਦੇ? ਲਓ ਤੁਸੀਂ ਲਓ, ਫਿਰ ਅਸੀਂ ਤੁਹਾਨੂੰ ਦੱਸਾਂਗੇ, ਅਸੀਂ ਉਹਦਾ ਕਾਰਨ ਵੀ ਦੱਸਾਂਗੇ। ਜੇਕਰ ਇਦਾਂ ਹੋਇਆ ਤਾਂ ਅਸੀਂ ਕਾਰਨ ਵੀ ਦੱਸਾਂਗੇ। ਬੰਦਾ ਲਿਟਰਲ, ਮੈਂ ਤੁਹਾਨੂੰ ਦੱਸ ਰਿਹਾ ਨਾ ਜੀ ਮਾਨ ਸਾਹਿਬ, ਮੈਂ ਤੁਹਾਨੂੰ ਅਸਲੀਅਤ ਦੱਸਣੇ ਤੁਸੀਂ ਸੁਣਦੇ ਨਹੀਂ। ਮੈਂ ਤੁਹਾਡੀ ਤਾਰੀਫ ਕੀਤੀ ਹੈ 2002 ਤੋਂ 2007 ਚ ਤੁਹਾਡਾ ਸੈਸ਼ਨ ਅੱਛਾ ਸੀਗਾ, ਪਰ ਉਸ ਤੋਂ ਬਾਅਦ ਇੰਡਸਟਰੀ ਭੱਜੀ ਹੈ। ਆਪਾਂ ਨੂੰ ਮੰਨਣਾ ਚਾਹੀਦਾ, ਆਪਾਂ ਮਿਲ ਕੇ ਪੰਜਾਬ ਦੀ ਇੰਡਸਟਰੀ ਨੂੰ ਵਾਪਸ ਲੈ ਕੇ ਆਈਏ। ਉਹ ਹੀ ਸਬਮਿਟ ਦਾ, ਉਹ ਹੀ ਤੁਹਾਡਾ ਹੈ। ਅੱਜ ਸਾਰੇ ਐਮਐਲਏ, ਸਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਇਹਨਾਂ ਦੇ ਸਾਰੇ ਐਮਐਲਏ ਨੂੰ ਇਨਵਾਈਟ ਕੀਤਾ ਗਿਆ ਸੀ, ਇੱਕ ਵੀ ਐਮਐਲਏ ਆਇਆ ਨਹੀਂ ਉੱਥੇ। ਕਿਉਂ ਨਹੀਂ ਆਇਆ? ਉਹਨਾਂ ਦੀ ਕੋਈ ਡਿਊਟੀ ਨਹੀਂ ਹੈ। ਇੱਕ ਵੀ ਐਮਐਲਏ ਇਹਨਾਂ ਦਾ ਉੱਥੇ ਪ੍ਰੈਜ਼ੈਂਟ ਨਹੀਂ ਸੀ। ਹਾਲਾਂਕਿ ਮੈਂ ਕਹਿਣਾ ਚਾਹਾਂਗਾ ਕਿ ਨਵਾਂ ਸ਼ਹਿਰ ਦੇ ਐਮਐਲਏ, ਉਹ ਵੀ ਆਪਣੀ ਸਾਡੀ ਪਾਰਟੀ ਦੇ ਨਹੀਂ ਨੇ, ਪਰ ਉਹ ਉੱਥੇ ਆਏ, ਉਹਨਾਂ ਨੇ ਪੂਰਾ ਪਾਰਟਿਸਿਪੇਟ ਕੀਤਾ। ਕਾਂਗਰਸ ਦਾ ਇੱਕ ਵੀ ਐਮਐਲਏ, ਇਹ ਰਿਪਰੈਜ਼ੈਂਟੇਸ਼ਨ ਇਹਨਾਂ ਦੀ, ਇਹ ਕਿੱਥੋਂ ਜਾਂਦੇ? ਇਹ ਚਾਹੁੰਦੇ ਹੀ ਨਹੀਂ, ਇਹ ਚਾਹੁੰਦੇ ਫੇਲ ਹੋਣ। ਸਭ ਜਵਾਬ ਜ਼ਰੂਰੀ ਹੈ ਤੁਹਾਡਾ। ਠੀਕ ਹੈ, ਛੋਟਾ ਜਿਹਾ ਜਵਾਬ ਜ਼ਰੂਰੀ ਹੈ। ਮੈਂ ਕਲੇਰ ਸਾਹਿਬ ਤੇ ਫਿਰ ਸੋਢੀ ਸਾਹਿਬ ਦਾ ਰੁਖ ਕਰਾਂ। ਦੇਖੋ, ਐਮਐਲਏਜ਼ ਦਾ ਮੈਂ ਸਮਝਦਾ, ਮੇਰਾ ਇਹ ਮੰਨਣਾ ਹੈ ਕਿ ਐਮਐਲਏਜ਼ ਦਾ ਉਸ ਇਨਵੈਸਟਰ ਸਮਿਟ ਦੇ ਵਿੱਚ ਕੋਈ ਕੰਮ ਨਹੀਂ ਸੀ। ਉੱਥੇ ਵੱਧ ਤੋਂ ਵੱਧ ਖਾਲੀ ਕੁਰਸੀਆਂ ਭਰਨ ਲਈ। ਸੁਣ ਲਓ ਵਾਲੀ, ਫਿਰ ਮੈਨੂੰ ਗੱਲ ਵੀ ਕਰ ਲੈਣ ਦਿਓ। ਸਵਾਲ ਪੁੱਛਿਆ, ਜਵਾਬ ਲੈ ਕੇ ਜਾਓ ਨਾ। ਸ਼ੂਟ ਐਂਡ ਸਕੂਟ ਵਾਲੀ ਰਾਜਨੀਤੀ ਨਾ ਕਰੋ। ਸ਼ੂਟ ਐਂਡ ਸਕੂਟ ਵਾਲੀ ਰਾਜਨੀਤੀ ਨਾ ਕਰੋ। ਜੇ ਤੁਸੀਂ ਕਹਿੰਦੇ ਹੋ ਕਿ ਐਮਐਲਏਜ਼ ਨੂੰ ਇਨਵਾਈਟ ਕੀਤਾ, ਪਹਿਲਾਂ ਮੈਨੂੰ ਇਹ ਦੱਸੋ ਕਿ ਇਨਵੈਸਟਰ ਸਮਿਟ ਸੀ ਜਾਂ ਤੁਸੀਂ ਉੱਥੇ ਸਿਰਫ ਉਹ ਕੁਰਸੀਆਂ ਭਰ ਕੇ ਵਿਖਾਉਣੀਆਂ ਸੀ? ਐਮਐਲਏਜ਼ ਦਾ ਉੱਥੇ ਕੋਈ ਕੰਮ ਨਹੀਂ ਸੀਗਾ। ਕੰਮ ਸੀਗਾ ਮੁੱਖ ਮੰਤਰੀ ਦਾ, ਤੁਹਾਡੀ ਬਿਊਰੋਕ੍ਰੇਸੀ ਦਾ, ਔਰ ਕੰਮ ਸੀਗਾ ਕਿ ਉੱਥੇ ਇਨਵੈਸਟਰਸ ਆਉਂਦੇ, ਇੰਡਸਟਰੀਲਿਸਟ ਆਉਂਦੇ, ਉਹ ਆਪਣੀ ਕੀ ਲੈ ਕੇ ਆਏ ਨੇ ਤੁਹਾਡੇ ਕੋਲ ਪ੍ਰਪੋਜ਼ਲ, ਜਾਂ ਤੁਸੀਂ ਰੱਖਦੇ ਸਾਡੇ ਕੋਲ ਉਹਨਾਂ ਨੂੰ ਦੇਣ ਨੂੰ ਕੀ ਹੈ? ਤੁਹਾਡੇ ਕੋਲ ਉਹਨਾਂ ਦੀ ਜਾਨ ਮਾਲ ਦੀ ਰਖਵਾਲੀ ਲਈ ਕੁਝ ਨਹੀਂ ਹੈਗਾ ਸਨੀ ਜੀ, ਕੁਝ ਨਹੀਂ ਹੈਗਾ, ਕੁਝ ਨਹੀਂ ਹੈਗਾ। ਖਾਲੀ ਗੱਲਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ। ਗੱਲਾਂ ਕੱਲੀਆਂ ਗੱਲਾਂ ਨਾਲ। ਠੀਕ ਹੈ, ਚਲੋ ਆਪਾਂ ਅਗਲੇ ਸਟੈਪ ਵੱਲ ਵਧਦੇ ਹਾਂ, ਅਗਲੇ ਸਵਾਲ ਵਾਲੇ ਪਾਸੇ। ਕਲੇਰ ਸਾਹਿਬ, ਬਹੁਤ ਜ਼ਿਕਰ ਹੋ ਰਿਹਾ ਹੈ 2002 ਤੋਂ 2007 ਦਾ, ਉਹਨਾਂ ਨੇ ਜ਼ਿਕਰ ਕਰ ਦਿੱਤਾ ਡਾਕਟਰ ਸਨੀ ਅਹਲੂਵਾਲੀਆ ਜੀ ਨੇ, ਤੇ ਨਾਲ ਹੀ ਕਿਹਾ ਕਿ ਉਸ ਤੋਂ ਬਾਅਦ ਇੰਡਸਟਰੀ ਜਾਣੀ ਸ਼ੁਰੂ ਹੋ ਗਈ। ਸਿੱਧੇ ਇਸ਼ਾਰਾ ਤੁਹਾਡੇ ਵਾਲੇ ਪਾਸੇ ਸੀ ਕਿ ਇੰਡਸਟਰੀ ਜਾਂਦੀ ਰਹੀ ਪੰਜਾਬ ਦੇ ਵਿੱਚੋਂ, ਔਰ ਪਿਛਲੇ 5 ਸਾਲ ਦੇ ਵਿੱਚ ਕੁਝ ਨਹੀਂ ਹੋਇਆ, ਤੇ ਹੁਣ ਸਭ ਕੁਝ ਰੋਕਣ ਦੀ ਤੇ ਬੁਲਾਉਣ ਦੀ ਕੋਸ਼ਿਸ਼ ਹੈ। ਮੈਂ ਨਾ ਜੀ, ਸ਼ਾਇਦ ਸਨੀ ਆਹਲੂਵਾਲੀਆ ਸਾਹਿਬ ਉਸ ਤੋਂ ਪਹਿਲਾਂ ਦੇ ਪੰਜਾਬ ਨਾਲ ਵਾਵਸਤਾ ਨਹੀਂ। ਮੈਂ ਤਾਂ ਹੁਣ ਵੀ ਕਹਿ ਰਿਹਾ, ਔਨ ਰਿਕਾਰਡ ਕਹਿ ਰਿਹਾ, ਇਨਫੋਸਿਸ ਕਿਹਦੇ ਸਮੇਂ ਆਈ ਸ਼੍ਰੋਮਣੀ ਅਕਾਲੀ ਦਲ ਦੇ? ਨਾਈਪਰ, ਆਈਸ਼ਰ, ਨੈਰੋਲੈਕ ਕਿਹਦੇ ਸਮੇਂ ਆਈਆਂ ਸ਼੍ਰੋਮਣੀ ਅਕਾਲੀ ਦਲ ਦੇ? ਏਮਸ, ਫੋਰਟੀਜ਼, ਮੈਕਸ ਕਿਹਦੇ ਸਮੇਂ ਆਇਆ ਸ਼੍ਰੋਮਣੀ ਅਕਾਲੀ ਦਲ ਦੇ? ਜਿਹੜੇ ਅੱਜ ਸੋਨਾਲੀਕਾ ਵਾਲੇ ਮਿੱਤਲ ਸਾਹਿਬ ਬੈਠੇ ਸੀ, ਮਿੱਤਲ ਸਾਹਿਬ ਨੇ ਪੁੱਛ ਲੈਣਾ ਸੀ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਨਵਾਂ ਪਲਾਂਟ ਲਾਇਆ ਉਹ ਕਿਹਦੇ ਸਮੇਂ ਲਾਇਆ? ਸ਼੍ਰੋਮਣੀ ਅਕਾਲੀ ਦਲ ਦੇ ਸਮੇਂ। ਸੋ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਔਰ ਤੁਹਾਨੂੰ ਤਾਂ ਮੈਂ ਚੈਲੰਜ ਕਰਕੇ ਕਹਿਣਾ, ਥੋੜੀ ਤਾਂ ਸਰਕਾਰ ਹੈ, ਇਹਨਾਂ ਚੋਂ ਇੱਕ ਵੀ ਇੰਡਸਟਰੀਅਲ ਹਾਊਸ ਤੋਂ ਬਿਆਨ ਦਵਾ ਦਿਓ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਗਲਤ ਸੀ, ਅਸੀਂ ਤਾਂ ਪੰਜਾਬ ਦੇ ਵਿੱਚ ਆਏ। ਦੇਖੋ, ਸ਼ਰਮ ਦੀ ਗੱਲ ਹੈ, ਤੁਸੀਂ ਜਿਹੜੇ ਬੰਦਿਆਂ ਨੂੰ ਬਿਠਾ ਰਹੇ ਹੋ ਉਹ ਬੰਦੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ, ਤੇ ਅੱਜ ਤੁਸੀਂ ਡਿੰਗਾ ਮਾਰ ਰਹੇ ਹੋ। ਮੈਂ ਤਾਂ ਤੁਹਾਨੂੰ ਚੈਲੰਜ ਕਰਦਾ, ਆਹਲੂਵਾਲੀਆ ਸਾਹਿਬ, 10 ਮਹੀਨੇ ਹੋ ਗਏ ਤੁਹਾਡੀ ਸਰਕਾਰ ਨੂੰ, 10 ਮਹੀਨਿਆਂ 'ਚ ਇੱਕ ਪਬਲਿਕ ਟਾਇਲਟ ਵੀ ਬਣਾਇਆ ਹੋਵੇ ਨਾ, ਉਹ ਵੀ ਦੱਸ ਦਿਓ ਵੀ ਅਸੀਂ ਆਹ ਪਬਲਿਕ ਟਾਇਲਟ ਬਣਾਇਆ। ਤੁਹਾਡੇ ਕੋਲ ਦੱਸਣ ਨੂੰ ਕੁਝ ਨਹੀਂ ਹੈਗਾ। ਔਰ ਦੂਸਰੇ ਪਾਸੇ ਰਿਸ਼ਵਤ ਕੌਣ ਲੈਂਦਾ ਸੀ? ਇਹ ਤਾਂ ਤੁਹਾਡੀ ਸਰਕਾਰ ਮੁਤਾਬਕ ਤੁਹਾਡਾ ਮੰਤਰੀ ਸਿੰਗਲਾ ਲੈਂਦਾ ਸੀ। ਸਰਾਰੀ ਸਾਹਿਬ ਫੋਨ ਤੇ ਮੰਗਦੇ ਸੀ। ਅਮਿਤ ਰਤਨ ਰਿਸ਼ਵਤ ਮੰਗਦਾ ਹੈ। ਇਹ ਗੱਲਾਂ ਆਮ ਆਦਮੀ ਪਾਰਟੀ 'ਚ ਨੇ, ਜਿਹੜੇ ਕਹਿੰਦੇ ਸੀ ਅਸੀਂ 92 ਹੀਰੇ ਲੱਭੇ ਨੇ, 3-4 ਤਾਂ ਸਾਫ਼ ਹੋ ਗਏ, ਹੋਰ 3 ਸਾਲਾਂ 'ਚ ਮੈਨੂੰ ਲੱਗਦਾ ਬੰਦਾ ਹੀ ਕੋਈ ਨਹੀਂ ਰਹਿਣਾ। ਐਡੀ ਭ੍ਰਸ਼ਟ ਪਾਰਟੀ ਹੈ ਤੁਹਾਡੀ। ਔਰ ਹੁਣ ਮੈਂ ਤੁਹਾਨੂੰ ਫੇਰ ਦੁਬਾਰਾ ਉਸੇ ਕੁਐਸਚਨ ਤੇ ਲੈ ਕੇ ਆਉਣਾ ਕਿ ਅੱਜ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਇੰਡਸਟਰੀਅਲ ਹਾਊਸ ਬਾਹਰ ਜਾ ਰਹੇ ਨੇ ਤਾਂ ਉਹ ਕਿਹਦੀ ਜ਼ਿੰਮੇਵਾਰੀ ਹੈ? ਅਗਰ ਯੋਗੀ ਨਾਲ ਮੀਟਿੰਗ ਹੋਈ ਹੈ, ਯੂਪੀ ਦੇ ਚੀਫ ਮਿਨਿਸਟਰ ਨਾਲ, ਤਾਂ ਪਹਿਲਾਂ ਉਹਨੂੰ ਕਾਜ਼ ਨੂੰ ਤਾਂ ਐਡਰੈਸ ਕਰੋ ਵੀ ਕਿਉਂ ਮੀਟਿੰਗ ਹੋਈ ਹੈ, ਕਿਉਂ ਨਹੀਂ ਤੁਸੀਂ ਉਹਨਾਂ ਨੂੰ ਉਹ ਮਾਹੌਲ ਦੇ ਪਾ ਰਹੇ। ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਸਮਿਟ ਕਰ ਲਿਆ। ਗੌਰਵ ਜੀ, ਕਦੇ ਇਦਾਂ ਇਨਵੈਸਟਮੈਂਟ ਹੁੰਦੀ ਹੈ? ਮੈਨੂੰ ਇਹ ਦੱਸੋ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਿਹੜੇ ਇੰਡਸਟਰੀਅਲ ਹਾਊਸ ਨਾਲ ਸਾਂਝੀ ਪ੍ਰੈਸ ਵਾਰਤਾ ਹੋਈ ਅੱਜ ਕਿ ਦੋਨਾਂ ਨੇ ਬਹਿ ਕੇ ਕਿਹਾ ਹੋਵੇ ਕਿ ਜੀ ਸਾਡੀ ਸਹਿਮਤੀ ਬਣ ਗਈ, ਇਹ ਇੰਡਸਟਰੀਅਲ ਹਾਊਸ ਮੁੱਖ ਮੰਤਰੀ ਨਾਲ ਬਹਿ ਕੇ ਸਾਂਝੀ ਪ੍ਰੈਸ ਵਾਰਤਾ ਕਰੇ? ਕੀਤੀ ਕਿਸੇ ਨੇ? ਨਹੀਂ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਧਰੋਂ ਸਮਿਟ ਸ਼ੁਰੂ ਹੋਈ, ਉਧਰੋਂ ਜਨਾਲੇ ਕਬਜ਼ਾ ਸ਼ੁਰੂ ਹੋਇਆ, ਇੱਕ ਇੱਕ ਕਰਕੇ ਸਭ ਉਰੋਂ ਰੋਟੀ ਖਾਦੇ ਬਿਨਾਂ ਖਿਸਕੇ
ਤਾਂ ਹੀ ਕੋਈ MOU ਸਾਈਨ ਨਹੀਂ ਹੋਇਆ। ਹੁਣ ਆਲੂਵਾਲੀਆ ਸਾਹਿਬ ਨੇ ਇਹਨਾਂ ਨੇ ਹੁਣ ਪਾਰਟੀ ਨੂੰ ਜਸਟੀਫਾਈ ਕਰਨਾ ਕਿਉਂਕਿ ਅਹੁਦਾ ਲਿਆ ਹੈ। ਹੁਣ ਮੈਂ ਇਹਨਾਂ ਨੂੰ ਕੁਝ ਨਹੀਂ ਕਹੂੰਗਾ, ਇਹਨਾਂ ਦੀ ਮਜਬੂਰੀ ਹੈ ਆਪਣੀ ਪਾਰਟੀ ਨੂੰ ਜਸਟੀਫਾਈ ਕਰਨਾ। ਨਹੀਂ ਤੁਸੀਂ ਦੱਸ ਦਿਓ ਜੀ 10 ਮਹੀਨਿਆਂ 'ਚ। ਔਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਥਰਮਲ ਲਾਈ ਜਿਹਨਾਂ ਨੂੰ ਤੁਸੀਂ ਗਲਤ ਕਹਿੰਦੇ ਸੀ, ਅੱਜ ਇੱਕ ਵੀ PPA ਰੱਦ ਹੋਇਆ? ਦੱਸੋ ਲੋਕਾਂ ਨੂੰ 10 ਮਹੀਨੇ 'ਚ। ਕੋਈ ਪਾਵਰ ਪਰਚੇਜ਼ ਐਗਰੀਮੈਂਟ ਜਿਹਨੂੰ ਨਿੰਦਦੇ ਸੀ ਜਾਂ ਰੱਦ ਕੀਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ, ਉਹ ਦੱਸ ਦਿਓ। ਸੋ ਸ਼੍ਰੋਮਣੀ ਅਕਾਲੀ ਦਲ ਨੇ 24 ਘੰਟੇ ਬਿਜਲੀ ਸਰਪਲਸ ਦਿੱਤੀ। ਸੋ ਤੁਸੀਂ 10 ਮਹੀਨਿਆਂ 'ਚ ਇੱਕ ਪਬਲਿਕ ਟਾਇਲਟ, ਬਹੁਤ ਛੋਟੀ ਚੀਜ਼ ਹੁੰਦੀ ਹੈ, ਸਨੀ ਜਵਾਬ ਦਿਓ ਪਹਿਲਾਂ। ਮੈਂ ਥੋੜੀ ਸਾਹਿਬ ਦਾ ਰੁਕ ਕਰ ਲਵਾਂ। ਠੀਕ ਹੈ, ਮੈਂ ਥੋੜੀ ਸਾਹਿਬ ਦਾ ਰੁਕ ਕਰ ਲਵਾਂ। ਸਰ ਪਲੀਜ਼ ਥੋੜੀ ਵੇਟ ਕਰਿਓ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਇਕੱਠੇ ਜਵਾਬ ਤੁਸੀਂ ਦੇ ਦਿਓ। ਮੈਂ ਇੱਕ ਵਾਰੀ ਰੁਕ ਕਰ ਲਵਾਂ। ਸੋਢੀ ਸਾਹਿਬ BJP ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੁਹਾਡੀ ਚਰਚਾ ਤਾਂ ਬਹੁਤ ਹੋ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਇੱਕ ਪੁਆਇੰਟ ਜੋ CM ਵੀ ਚੁੱਕ ਰਹੇ ਨੇ, NOC ਦਾ ਜ਼ਿਕਰ ਕੀਤਾ, CLU ਦਾ ਜ਼ਿਕਰ ਕੀਤਾ, ਔਰ ਇਹ ਸਿਸਟਮ ਸਿਰਫ ਪੰਜਾਬ 'ਚ ਨਹੀਂ ਵੱਖ-ਵੱਖ ਥਾਵਾਂ ਦੇ ਉੱਤੇ, ਇਨਫੈਕਟ CLU ਤਾਂ ਬਹੁਤ ਵਿਵਾਦਾਂ ਦੇ ਵਿੱਚ ਰਿਹਾ ਹੈ, ਹਰਿਆਣਾ ਦੇ ਵਿੱਚ ਵੀ, ਕਿ ਸਿਸਟਮ ਦੀਆਂ ਖਾਮੀਆਂ ਹੀ ਸੀ ਜਿਸ ਦੀ ਵਜ੍ਹਾ ਦੇ ਨਾਲ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਸੀ ਜਾਂ ਵੱਡੇ ਪੱਧਰ ਦੇ ਉੱਤੇ ਨਹੀਂ ਆ ਰਹੀ ਸੀ, ਜੋ ਇਲਜ਼ਾਮ ਲੱਗਦੇ ਨੇ ਜਾਂ ਜੋ ਸਰਕਾਰ ਇਸ ਸਮੇਂ ਕਹਿਣਾ ਚਾਹ ਰਹੀ ਹੈ। ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ ਦੇ ਨਾਲ? ਦੇਖੋ ਗੌਰਵ ਜੀ, ਮੇਰਾ ਕਹਿਣਾ ਇਹ ਹੈ ਕਿ ਹਰ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦੇ ਰਾਜ ਭਾਗ ਦੇ ਵਿੱਚ ਵੱਧ ਤੋਂ ਵੱਧ ਉਹ ਸੂਬੇ 'ਚ ਇੰਡਸਟਰੀ ਆਵੇ ਤੇ ਇੰਡਸਟਰੀ ਦੇ ਨਾਲ ਜਿਹੜੀ ਸਟੇਟ ਹੈ ਉਹਦਾ ਰੈਵਨਿਊ ਤੇ ਉਹਦੇ ਨਾਲ ਉਹ ਜਿਹੜਾ ਆਪਣਾ ਸੂਬਾ ਹੈ ਉਹਦੀ ਤਰੱਕੀ ਕਰ ਸਕੇ। ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਗੱਲ ਪਹਿਲਾਂ ਵਾਲੀਆ ਸਾਹਿਬ ਨੇ ਕੀਤੀ ਹੈ ਤੇ ਔਰ ਕਲੇਰ ਸਾਹਿਬ ਨੇ ਕਿਹਾ, ਮੈਂ ਇਹਦੇ ਵਿੱਚ ਇੱਕ ਹੋਰ ਗੱਲ ਜੋੜਦਾ। ਜੋ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਬਹੁਤ ਵੱਡਾ ਰਾਮਾ ਰਿਫਾਈਨਰੀ ਜਿਹੜੀ ਆਪਣੇ ਰਾਮਾ ਮੰਡੀ ਦੇ ਨਾਲ ਲੱਗੀ ਹੈ, ਤੇਲ ਸੋਧ ਕਾਰਖਾਨਾ, ਬਹੁਤ ਵੱਡਾ ਪ੍ਰੋਜੈਕਟ ਕੇਂਦਰ ਨੇ ਉਦੋਂ ਪੰਜਾਬ ਨੂੰ ਦਿੱਤਾ ਹੈ ਜੀ। ਅੱਜ ਜਿਹੜੀ ਗੱਲ ਅਸੀਂ ਕੋਈ ਜਿਹੜੀ ਇਹ ਇਨਵੈਸਟਮੈਂਟ ਦੇ ਕੋਈ ਖਿਲਾਫ ਨਹੀਂ ਹਾਂ, ਕਿ ਅਸੀਂ ਕਹਿੰਦੇ ਆਉਣੀ ਚਾਹੀਦੀ ਹੈ, ਅਸੀਂ ਵੈਲਕਮ ਕਰਦੇ ਹਾਂ, ਲੇਕਿਨ ਜਿਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰਕੇ ਫੋਕੇ ਨਾਅਰੇ ਲਾ ਕੇ ਜਾਂ ਫੋਕੀਆਂ ਐਡਾਂ ਦੇ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਮੈਨੂੰ ਪੀਦਾ ਕਿ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਕਿਉਂਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰਚਾਰ ਕੀਤਾ ਕਿ ਵੱਡੇ ਵੱਡੇ ਇੰਡਸਟਰੀਅਲਿਸਟ ਆ ਰਹੇ ਨੇ, ਫੋਰਨ ਚੋਂ ਆ ਰਹੇ ਨੇ, ਬਾਹਰੋਂ ਆ ਰਹੇ ਨੇ, ਤੇ ਅੱਜ ਤੁਸੀਂ ਵੀ ਵੇਖਿਆ ਕਿ ਉੱਥੇ ਕਿੰਨੀ ਕੁ ਹਾਜ਼ਰੀ ਸੀ ਜਾਂ ਕੀ ਸੀ। ਮੈਂ ਕਹਿਣਾ ਕਿ ਜੇ ਕੋਈ ਖਾਮੀਆਂ ਹੈਗੀਆਂ ਲੇਕਿਨ ਇਹਨਾਂ ਦਾ ਯਕੀਨ ਇਸ ਕਰਕੇ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਯੂ ਟਰਨ ਵਾਲੀ ਸਰਕਾਰ ਹੈ। ਇਹ ਐਲਾਨ ਤਾਂ ਕਰ ਦਿੰਦੀ ਹੈ ਪਰ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਦੇ ਐਲਾਨ ਕੀਤੇ ਦਾ ਉਹ ਅਮਲੀ ਰੂਪ ਨਹੀਂ ਆਉਂਦਾ। ਇਸੇ ਕਰਕੇ ਲੋਕਾਂ ਦਾ ਇਹਨਾਂ ਤੋਂ ਭਰੋਸਾ ਉੱਠਿਆ ਹੋਇਆ ਹੈ। ਸੋ ਮੇਰਾ ਕਹਿਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦੇ ਦੀ ਪੰਜਾਬ 'ਚ ਬਣੀ ਹੈ, ਚਾਹੇ ਉਹ ਡਿਵੈਲਪਮੈਂਟ ਦਾ ਕੰਮ ਹੈ, ਚਾਹੇ ਉਹ ਸਿਹਤ ਪੱਖੋਂ ਕੰਮ ਹੈ, ਜਿਹੜੇ ਇਹ ਕਹਿੰਦੇ ਮਹੱਲਾ ਕਲੀਨਿਕ ਬਣਾਏ ਨੇ, ਇਹ 10 ਦਿਨ ਮਹੱਲਾ ਕਲੀਨਿਕ ਕੋਈ ਨਵਾਂ ਬਣਾਇਆ? ਇਹ ਕਹਿੰਦੇ ਨੇ ਮਹੱਲਾ ਕਲੀਨਿਕ ਬਣਾਏ ਨੇ, ਕੋਈ ਨਵਾਂ ਬਣਾਇਆ? ਚੱਲਦਿਆਂ ਦੇ ਉੱਤੇ ਪਾ ਪੋਚੀ ਕਰਕੇ ਇਹਨਾਂ ਨੇ ਕਹਿੰਦਾ ਜੀ ਇਹ ਮਹੱਲਾ ਕਲੀਨਿਕ। ਜਵਾਬ ਲੈ ਲਈਏ ਸਰ ਆਪਾਂ। ਠੀਕ ਹੈ ਗੌਰਵ ਜੀ, ਲੋਕ ਨਹੀਂ ਵਿਸ਼ਵਾਸ ਕਰਦੇ, ਇਹਨਾਂ ਦੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ। ਠੀਕ ਹੈ, ਜਵਾਬ ਲੈ ਲਈ। ਗੌਰਵ ਜੀ ਇਹ ਕਹਿੰਦੇ ਹੈ ਵੀ ਇਸ ਸਰਕਾਰ ਨੇ ਇੱਕ ਪਬਲਿਕ ਟਾਇਲਟ ਨਹੀਂ ਬਣਾਇਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ 225 ਮਿਲੀਅਨ ਕਿਊਬਿਕ 315 ਕਰੋੜ ਦੀ ਲਾਗਤ ਨਾਲ ਪੰਜਾਬ ਦਾ ਸਭ ਤੋਂ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਇਸੀ ਸਰਕਾਰ ਨੇ ਬਣਾਇਆ। ਜਿਹੜੇ ਕਹਿੰਦੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਟਾਈਮ ਦੇ ਅੰਦਰ, ਮੈਂ ਕਹਿੰਦਾ ਤੁਹਾਡੇ ਦੋਨਾਂ ਦੇ ਟਾਈਮ 'ਚ ਬੜਾ ਤੁਸੀਂ ਬਹੁਤ ਡਿਵੈਲਪਮੈਂਟ ਕੀਤੀ, ਤਦੀ ਪੰਜਾਬ ਦੀ GDP ਥੱਲੇ ਆ ਗਈ। ਤੁਹਾਡੇ ਟਾਈਮ 'ਚ ਬਹੁਤ ਇੰਡਸਟਰੀ, ਇਸ ਕਰਕੇ ਪੰਜਾਬ 'ਚ ਇੰਨਾ ਬੁਰਾ ਹਾਲਤ ਹੈ। ਇਸ ਕਰਕੇ ਸਾਰੇ ਪੰਜਾਬ ਨੂੰ ਮਾਈਗ੍ਰੇਟ ਕਰਨਾ ਪੈ ਰਿਹਾ ਸੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ। ਤੁਹਾਡੇ ਕਰਕੇ ਮੈਂ ਦੱਸਣਾ ਚਾਹੁੰਦਾ UK ਦੀ ਵੀ ਉੱਥੇ ਕੰਪਨੀ ਆਈ ਸੀਗੀ, ਉਹਨਾਂ ਦਾ ਇੱਕ ਪੂਰਾ 2 ਘੰਟੇ ਦਾ ਸੈਸ਼ਨ ਹੋਇਆ ਜਿਹੜਾ ਕਿ ਉਹਨਾਂ ਨੇ ਕੰਡਕਟ ਕੀਤਾ ਕਿ ਅਸੀਂ ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੇ ਹਾਂ। ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਸਰਕਾਰ ਹੈ ਜਿਹਨੇ ਆਪਣੇ ਮੰਤਰੀ, ਆਪਣੇ MLA ਇਮਾਨਦਾਰੀ ਵਾਲੇ ਉੱਤੇ ਨਹੀਂ ਟੰਗਿਆ ਗਿਆ। ਤੁਹਾਡੇ ਸਾਰੇ ਠੀਕ ਹੈ ਡਾਕਟਰ ਸਾਹਿਬ, ਮੈਂ ਹੋਰ ਕਲੀਅਰ ਸ਼ਬਦਾਂ 'ਚ ਸਵਾਲ ਪੁੱਛਦਾ ਕਿ ਜਿਹੜੇ ਧਰਨੇ ਪ੍ਰਦਰਸ਼ਨ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਹੋਏ ਨੇ, ਉਹ ਚਾਹੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ, ਮੈਂ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਜ਼ਿਕਰ ਕਰ ਲਵਾਂ, ਜਾਂ ਜਿਵੇਂ ਕਲੇਰ ਜੀ ਔਰ ਕਾਲੋਂ ਸਾਹਿਬ ਅਜਨਾਲਾ ਵਾਲੇ ਇੰਸੀਡੈਂਟ ਦਾ ਜ਼ਿਕਰ ਕਰ ਰਹੇ ਨੇ, ਇਹ ਇਨਵੈਸਟਰਸ ਨੂੰ ਪ੍ਰਭਾਵਿਤ ਨਹੀਂ ਕਰਦਾ? ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਦਰੁਸਤ ਤਾਂ ਕਰਨੀਆਂ ਪੈਣਗੀਆਂ? ਨਹੀਂ, ਅਸੀਂ ਦੇਖੋ ਏਦਾਂ ਹੈ, ਸਾਨੂੰ ਇੱਕੋ ਚੀਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕੋ ਚੀਜ਼ ਕਹਿੰਦੇ ਵੀ ਆਪਾਂ ਨੂੰ ਹਰ ਇੱਕ ਚੀਜ਼ 'ਚ ਕਲੈਰਿਟੀ ਲੈ ਕੇ ਆਣੀ ਪਊ। ਅਗਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਸੀਗੀ, ਅਸੀਂ ਉਹਨੂੰ ਹੈਂਡਲ ਕਰਨ ਤੇ ਲੱਗੇ ਹੋਏ ਆ। ਅੱਜ ਤੁਸੀਂ ਪੰਜਾਬ 'ਚ ਜਿਹੜੇ ਮਰਜ਼ੀ ਬਾਰਡਰ ਤੋਂ ਐਂਟਰ ਕਰ ਜਾਓ, ਉੱਥੇ ਪ੍ਰੋਪਰ ਚੈਕਿੰਗ ਹੋ ਰਹੀ ਹੈ, ਹਰ ਇੱਕ ਚੀਜ਼ ਨੂੰ ਐਗਜ਼ਾਮਿਨ ਕੀਤਾ ਜਾ ਰਿਹਾ। ਤੁਸੀਂ ਐਂਟਰ ਕਰਕੇ ਦੇਖ ਲਓ, ਹਰਿਆਣੇ ਤੋਂ ਆ ਕੇ ਦੇਖ ਲਓ, ਹਿਮਾਚਲ ਤੋਂ ਆ ਕੇ ਦੇਖ ਲਓ, ਜਿਹੜੇ ਮਰਜ਼ੀ ਸਟੇਟ ਤੋਂ ਆ ਕੇ ਦੇਖ ਲਓ। ਪਰ ਅੱਜ ਇਹ ਸਾਰਾ ਸਿਸਟਮ ਅਸੀਂ ਖਤਮ ਕਰਨ ਤੇ ਲੱਗੇ ਹੋਏ ਹਾਂ, ਵਧਾਉਣ ਤੇ ਨਹੀਂ। ਜਿਹੜੀ ਸਰਕਾਰਾਂ ਨੇ ਇਹ ਸਿਸਟਮ ਵਧਾਇਆ ਹੈ ਉਹ ਇਨ ਕੁਐਸਚਨ ਨੇ। ਅੱਜ
ਅੱਜ ਉਹਨਾਂ ਦੇ ਜਿਹੜੇ ਲੀਡਰਸ ਨੇ ਉਹ ਇਨ ਕੁਐਸਚਨ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਉਹ ਅੱਜ ਇਨ ਕਰਪਸ਼ਨ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਾਂਗਰਸ ਦੇ ਲੀਡਰਸ, ਕਿੰਨੇ ਅਕਾਲੀਆਂ ਦੇ ਲੀਡਰਸ ਕਿੱਥੇ ਨੇ ਅੱਜ। ਕਿਉਂ ਇਹਨਾਂ ਨਾਲ ਜੇਲਾਂ ਭਰੀਆਂ ਜਾ ਰਹੀਆਂ? ਇਹਨਾਂ ਦੇ ਕੰਮ ਠੀਕ ਹੈ, ਐਵੇਂ ਚਲੋ ਨੇ। ਚਲੋ ਆਪਾਂ ਠੀਕ ਹੈ, ਛੋਟਾ ਰਿਐਕਸ਼ਨ ਲੈ ਲੈ ਕਾਲੋ ਸਾਹਿਬ। ਕਲੀਅਰ ਜੀ ਥੋੜੇ ਵੇਟ ਕਰੋ ਪਲੀਜ਼ ਜੀ। ਕਾਲੋ ਇੱਕ ਇੱਕ ਕਰਕੇ ਦੇਖੋ ਕਿ ਆਉਣ ਵਾਲੇ ਠੀਕ ਹੈ ਡਾਕਟਰ ਸਾਹਿਬ, ਤੁਹਾਡਾ ਪੁਆਇੰਟ ਆ ਗਿਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਲਾਅ ਐਂਡ ਆਰਡਰ ਨੂੰ ਬੈਟਰ ਕੀਤਾ ਜਾ ਰਿਹਾ, ਤੁਸੀਂ ਲਗਾਤਾਰ ਇਹ ਜ਼ਿਕਰ ਕਰ ਰਹੇ ਹੋ। ਕਾਲੋ ਸਾਹਿਬ ਦੇਖੋ, ਇਹਨਾਂ ਦੇ ਜਿੱਥੋਂ ਤੱਕ ਆਪਾਂ ਪੰਜਾਬ ਦੀ ਪਹਿਲਾਂ ਗੱਲ ਕਰ ਰਹੀਏ ਤੇ ਸਭ ਤੋਂ ਪਹਿਲਾਂ ਕੌਣ ਗਿਆ? ਵਿਜੇ ਸਿੰਗਲਾ। ਵਿਜੇ ਸਿੰਗਲਾ ਬਾਰੇ ਮੁੱਖ ਮੰਤਰੀ ਸਾਹਿਬ ਨੇ ਉਸੇ ਟਾਈਮ ਉਹ ਜਿਹੜੇ ਟੇਬਲ ਤੇ ਬਹਿ ਕੇ ਵੀਡੀਓ ਬਣਾ ਕੇ ਤੁਹਾਨੂੰ ਮੀਡੀਆ ਨੂੰ ਭੇਜਦੇ ਹੁੰਦੇ ਸੀ, ਉੱਥੇ ਕਿਹਾ ਕਿ ਮੇਰੇ ਕੋਲ ਉਹਦੀ ਰਿਕਾਰਡਿੰਗ ਹੈ। ਕਿੱਥੇ ਹੈ ਉਹ? ਕੈਬਨਿਟ ਦੀਆਂ ਮੀਟਿੰਗਾਂ ਦਾ ਹਿੱਸਾ ਬਣਦੇ ਰਹੇ ਨੇ। ਕਿੱਥੇ ਅੱਜ ਉਹ? ਇਹਨਾਂ ਦੇ ਕੋਲ। ਉਸ ਤੋਂ ਬਾਅਦ ਸਰਾਰੀ, ਇੰਨਾ ਰੌਲਾ ਪੈਣ ਤੋਂ ਬਾਅਦ ਹਾਊਸ ਜਿਹੜਾ ਨਹੀਂ ਚੱਲ ਸਕਿਆ ਕਿਉਂਕਿ ਇਹਨਾਂ ਦਾ ਦਾਗੀ ਮੰਤਰੀ ਜਿਹਦਾ ਆਡੀਓ ਲੀਕ, ਜਿਹਦਾ ਵੀਡੀਓ ਲੀਕ, ਔਰ ਉਹ ਹਾਊਸ ਦੇ ਅੰਦਰ ਐਜ਼ ਅ ਕੈਬਨਿਟ ਮੰਤਰੀ ਬੈਠੇ। ਇਹ ਕਿੱਦਾਂ ਹੋ ਸਕਦਾ ਹੈ ਸੰਵਿਧਾਨਕ ਰੂਪ ਦੇ ਵਿੱਚ? ਤੀਸਰਾ ਇਹਨਾਂ ਦਾ ਉਹ ਰਤਨ ਜੀ ਦੀ ਜਿਹਦੀ ਗੱਲ ਕੀਤੀ ਹੈ, ਅਮਿਤ ਰਤਨ, ਉਹ ਤੀਸਰਾ। 92 ਦੇ ਵਿੱਚੋਂ ਹੁਣ 99 ਤੇ ਰਹਿ ਗਏ ਨੇ, ਪਰ ਮੈਨੂੰ ਲੱਗਦਾ ਵੀ ਇਹ ਗਿਣਤੀ ਅਜੇ ਵੱਧਦੀ ਜਾਣੀ ਹੈ। ਹੁਣ ਆ ਜਾਈਏ ਮੁੱਦੇ ਦੀ ਗੱਲ ਦੇ ਉੱਤੇ। ਪਹਿਲਾ ਸਵਾਲ ਅੱਜ ਜਵਾਬ ਦੇ ਕੇ ਜਾਇਓ ਸਨੀ ਜੀ, ਐਦਾਂ ਨਾ ਜਾਇਓ। ਕੀ ਤੁਸੀਂ ਅੱਜ ਵਾਲੇ ਅਜਨਾਲਾ ਜਿਹੜੇ ਥਾਣੇ ਤੇ ਜਿਹੜਾ ਕਬਜ਼ਾ ਹੋਇਆ ਉਹਨੂੰ ਜਾਇਜ਼ ਠਹਿਰਾਉਂਦੇ ਹੋ, ਜਾਂ ਇਸ ਤਰ੍ਹਾਂ ਦੀਆਂ ਹੋਣ ਵਾਲੀਆਂ ਜਿਹੜੀਆਂ ਭਵਿੱਖ ਘਟਨਾਵਾਂ ਨੇ ਕੀ ਤੁਹਾਨੂੰ ਉਹਨਾਂ ਨੂੰ ਰੋਕਣ ਦੀ ਸ਼ਮਤਾ ਤੁਹਾਡੇ 'ਚ ਹੈ? ਕੀ ਇੰਨਾ ਮਾਦਾ ਤੁਹਾਡੇ 'ਚ ਹੈ? ਔਰ ਦੂਸਰੀ ਗੱਲ, ਇਹਨਾਂ ਦੇ ਦਿੱਲੀ ਦਾ ਇੱਕ ਮੰਤਰੀ ਜੇਲ੍ਹ 'ਚ ਪਿਆ, ਸਤਿੰਦਰ ਜੈਨ। ਇਹਨਾਂ ਦਾ ਜਿਹੜਾ ਮਨੀਸ਼ ਸਿਸੋਦੀਆ ਨੂੰ ਜਿਹੜਾ ਉਹ ਨੋਟਿਸ ਆ ਗਿਆ, ਸਮਨਿੰਗ ਹੋ ਗਈ ਹੈ। ਕੇਜਰੀਵਾਲ ਸਾਹਿਬ ਦੇ ਪੀਏ ਨੂੰ ਸਮਨਿੰਗ ਹੋ ਗਈ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਕੱਟੜ ਇਮਾਨਦਾਰ ਸ਼ਬਦ, ਦੇਖੋ ਇਮਾਨਦਾਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਸ਼ਬਦ ਹੈ, ਪਰ ਇਹ ਕੱਟੜ ਇਮਾਨਦਾਰ ਦੀ ਪਰਿਭਾਸ਼ਾ ਅੱਜ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣਾ। ਔਰ ਦੂਸਰਾ ਸਵਾਲ, ਕੀ ਜੋ ਅਜਨਾਲੇ 'ਚ ਅੱਜ ਘਟਨਾ ਹੋਈ ਹੈ ਕੀ ਇਹ ਉਹਨੂੰ ਜਾਇਜ਼ ਠਹਿਰਾਉਂਦੇ ਨੇ? ਜੇਕਰ ਜਾਇਜ਼ ਨਹੀਂ ਤੇ ਫਿਰ ਇਹਨਾਂ ਨੇ ਅੱਜ ਉੱਥੇ ਕੰਪਰੋਮਾਈਜ਼ ਕਿਉਂ ਕੀਤਾ? ਜੇਕਰ ਜੀ ਠੀਕ ਕੰਪਰੋਮਾਈਜ਼ ਕਿਉਂ ਕੀਤਾ? ਠੀਕ ਹੈ, ਤੁਹਾਨੂੰ ਲੱਗਦਾ ਕੰਪਰੋਮਾਈਜ਼ ਕਰ ਲਿਆ। ਔਰ ਤੀਸਰੀ ਗੱਲ, ਛੋਟੀ ਜੀ ਗੱਲ ਜੀ, ਪਿਛਲੇ ਸਾਲ ਦੇ ਬਜਟ ਦੇ ਵਿੱਚੋਂ ਜਿਹੜਾ ਇਹਨਾਂ ਨੇ 96,000 ਕਰੋੜ ਦਾ ਸ਼ਾਇਦ ਰੱਖਿਆ ਸੀ, ਉਹਦੇ ਚੋਂ 32% ਰੈਵਨਿਊ ਸ਼ਾਰਟ ਹੈ ਅਜੇ। ਅਗਲਾ ਬਜਟ ਸੈਸ਼ਨ ਆਉਣ ਵਾਲਾ, ਪਿਛਲਾ ਸ਼ਾਰਟ ਹੈ। ਕੀ ਕਹਿਣਾ ਚਾਹੋਗੇ? ਠੀਕ ਹੈ, ਮੈਂ ਜਵਾਬ ਲਵਾਂਗਾ, ਪਰ ਉਸ ਤੋਂ ਪਹਿਲਾਂ ਕਲੀਅਰ ਜੀ। ਮੈਂ ਹੁਣੀ ਆਲੂਵਾਲੀਆ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਿ ਜੀ ਅਸੀਂ ਲੁਧਿਆਣੇ 'ਚ ਇੱਕ ਬਹੁਤ ਵੱਡਾ ਸੀਵਰੇਜ ਪਲਾਂਟ ਲਾ ਰਹੇ ਹਾਂ। ਮੈਂ ਤਾਂ ਇਹਨਾਂ ਨੂੰ ਯਾਦ ਕਰਾ ਦਿਆਂ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਉਸੇ ਸਟੇਜ ਤੇ ਖੜ ਕੇ ਕਿਹਾ ਸੀ, ਭਾਈ ਇਹ ਕੇਂਦਰ ਦੇ ਪੈਸੇ ਨਾਲ ਲਾ ਰਹੇ ਆ, ਜੇ ਕੇਂਦਰ ਨੇ ਪੈਸੇ ਦੇਤੇ ਤਾਂ ਪੂਰਾ ਹੋ ਜਾਊਗਾ, ਜੇ ਕੇਂਦਰ ਦੇ ਪੈਸੇ ਮੁੱਕ ਗਏ ਫਿਰ ਸੋਚਾਂਗੇ। ਸੋ ਜਿਹੜੇ ਮੁੱਖ ਮੰਤਰੀ ਦਾ ਵਿਜ਼ਨ ਐਡਾ ਲਿਮਟਿਡ ਹੋਵੇ ਕਿ ਉਹ ਇੱਕ ਚੀਜ਼ ਕਰਨ ਲੱਗਿਆ ਤੇ ਉਹ ਕੇਂਦਰ ਤੇ ਡਿਪੈਂਡ ਕਰ ਰਿਹਾ ਵੀ ਜੇ ਤਾਂ ਪੈਸੇ ਆ ਗਏ ਤਾਂ ਬਣ ਜੂਗੀ, ਨਹੀਂ ਤੇ ਉਹਦਾ ਸ਼ਰੈ ਫਿਰ ਆਲੂਵਾਲੀਆ ਸਾਹਿਬ ਕਿਉਂ ਲੈ ਰਹੇ ਨੇ? ਔਰ ਦੂਸਰੀ ਗੱਲ ਦੇਖੋ, ਆਲੂਵਾਲੀਆ ਸਾਹਿਬ ਪੁਰਾਣੀਆਂ ਸਰਕਾਰਾਂ ਤੇ ਬੋਲਣਾ ਬਹੁਤ ਸੌਖਾ ਹੈ। ਤੁਸੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੀਡਰ, ਮੰਤਰੀ, ਐਮਐਲਏ ਦੱਸੋ ਜਿਹੜਾ ਤੁਸੀਂ ਫੜ ਕੇ ਅੱਜ ਅੰਦਰ ਦਿੱਤਾ ਹੋਵੇ। ਕਿਉਂ ਝੂਠ ਬੋਲਦੇ ਲੋਕਾਂ ਨੂੰ? ਨਹੀਂ ਦਿੱਤਾ। ਔਰ ਤੀਸਰੀ ਗੱਲ, ਜੋ ਪੰਜਾਬ ਦੇ ਵਿੱਚ ਅੱਜ ਅਨਾਰਕੀ ਹੈ, ਮੈਂ ਤਾਂ ਪਹਿਲਾਂ ਕਿਹਾ ਕਿ ਪੁਲਿਸ ਦੇ ਹੈੱਡਕੁਆਟਰ ਤੇ ਰਾਕਟ ਲਾਂਚਰ ਕਦੋਂ ਵੱਜਿਆ ਸੀ? ਪੁਰਾਣੀ ਸਰਕਾਰਾਂ 'ਚ ਨਹੀਂ ਵੱਜਿਆ। ਪੁਲਿਸ ਥਾਣਿਆਂ ਤੇ ਰਾਕਟ ਲਾਂਚਰ ਪੁਰਾਣੀਆਂ ਸਰਕਾਰਾਂ 'ਚ ਨਹੀਂ ਵੱਜੇ। ਸਿੰਗਰ ਜਿਹੜਾ ਪੰਜਾਬ ਦਾ ਐਡਾ ਮਸ਼ਹੂਰ ਸੀ, ਮੁੱਖ ਮੰਤਰੀ ਦੇ ਦਫ਼ਤਰ 'ਚੋਂ ਦਸਤਾਵੇਜ਼ ਲੀਕ ਹੋ ਕੇ ਗੋਲੀਆਂ ਮਾਰ ਕੇ ਮਰਵਾਤਾ, ਉਹਦਾ ਪਰਿਵਾਰ ਬਾਰ-ਬਾਰ ਮੁੱਖ ਮੰਤਰੀ ਦੇ ਦਫ਼ਤਰ ਦੇ ਕੁਝ ਬੰਦਿਆਂ ਦੇ ਨਾਂ ਲੈਂਦਾ ਹੈ, ਅੱਜ ਤੱਕ ਕਾਰਵਾਈ ਨਹੀਂ ਕੀਤੀ। ਦੱਸੋ ਉਹਦਾ ਕੀ ਜਵਾਬ ਹੈ? ਖੇਡ ਖਿਡਾਰੀਆਂ ਦਾ, ਸੰਦੀਪ ਨੰਗਲੰਬੀਆਂ ਦਾ ਕਤਲ, ਫਿਰ ਜਿਹੜੇ ਕੱਪੜਾ ਵਪਾਰੀਆਂ ਦੇ ਕਤਲ ਹੋਏ, ਪੁਲਿਸ ਵਾਲਿਆਂ ਦੇ ਕਤਲ ਹੋਰ ਹੋ ਰਹੇ ਨੇ। ਸੋ ਇਹ ਜਿਹੜੀ ਸਥਿਤੀ ਅੱਜ ਪੰਜਾਬ 'ਚ ਹੈ, ਮੈਂ ਹੋਰ ਸਪੈਸੀਫਿਕ ਹੁੰਦਾ ਕਲੀਅਰ ਜੀ, ਇਹ ਘਟਨਾਵਾਂ ਹਰ ਸਰਕਾਰ ਦੇ ਵਿੱਚ ਹੋਈਆਂ ਨੇ, ਚਾਹੇ ਉਹ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ। ਠੀਕ ਹੈ, ਰਾਕਟ ਲਾਂਚਰ ਵਾਲੀ ਨਹੀਂ ਵੱਜੇ, ਰਾਕਟ ਲਾਂਚਰ ਟਾਰਗੇਟ ਕਿਲਿੰਗ ਵਰਗੇ ਕੇਸ ਹੁੰਦੇ ਨੇ, ਟਾਰਗੇਟ ਕਿਲਿੰਗ ਵਰਗੇ ਕੇਸ ਹੋਏ ਨੇ ਵੱਖ-ਵੱਖ ਸਮੇਂ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ, ਇੱਥੇ ਜੇਲ੍ਹ ਬ੍ਰੇਕ ਹੋਏ। ਮੈਂ ਇਸ ਕਰਕੇ ਸਵਾਲ ਪੁੱਛ ਰਿਹਾ ਕਿ ਡਾਇਰੈਕਟਲੀ ਤੁਹਾਨੂੰ ਲੱਗਦਾ ਹੈ ਕਿ ਇਨਵੈਸਟਮੈਂਟ ਜਿਹੜਾ ਕਰ ਰਿਹਾ ਹੈ ਜਾਂ ਇਨਵੈਸਟਰ ਹੈ ਉਸ ਦੇ ਉੱਤੇ ਅਸਰ ਪੈਂਦਾ? ਗੌਰਵ ਜੀ ਦੇਖੋ, ਮੈਂ ਬੜੇ ਸਪਸ਼ਟ ਤੌਰ ਤੇ ਪੁੱਛਦਾ, ਦੱਸੋ ਥਾਣਿਆਂ ਤੇ ਪੰਜਾਬ 'ਚ ਕਿਦਣ ਪਿਛਲੇ 20 ਸਾਲਾਂ 'ਚ ਕੋਈ ਕਬਜ਼ਾ ਆਇਆ ਹੋਇਆ? ਨਹੀਂ ਹੋਇਆ। ਔਰ ਅੱਜ ਤੁਸੀਂ ਕਹਿ ਰਹੇ ਹੋ ਕਿ ਇਨਵੈਸਟਰ ਕਿਉਂ ਭੱਜਦਾ? ਤੁਸੀਂ ਇੱਕ ਪਾਸੇ ਤਾਂ ਸਬਮਿਟ ਕਰਾ ਰਹੇ ਹੋ ਜਿੱਥੇ ਪਹਿਲੇ ਹੀ ਇਨਵੈਸਟਰ ਨਹੀਂ ਆਏ, ਜਿੱਥੇ ਉਹ ਇਨਵੈਸਟਰ ਹੈ ਜਿਹੜੇ ਆਲਰੇਡੀ ਪੰਜਾਬ ਦੇ ਵਿੱਚ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਨੈਸ਼ਨਲ ਟੀਵੀ ਦਿਖਾ ਰਹੇ ਨੇ ਕਿ ਚੱਲ ਕੀ ਰਿਹਾ ਹੈ, ਤਾਂ ਫੇਰ ਤੁਸੀਂ ਕਿੱਥੋਂ ਸੋਚ ਸਕਦੇ ਹੋ ਪੰਜਾਬ 'ਚ ਇਨਵੈਸਟਮੈਂਟ? ਉਹ ਇਹ ਡੀਂਗਾ ਬਹੁਤ ਮਾਰਦੇ ਨੇ, ਇਹ ਮੁੱਖ ਮੰਤਰੀ ਸਾਹਿਬ ਦੇ ਫੋਕੇ ਬਿਆਨ ਨੇ। ਮੈਂ ਤਾਂ ਕਿਹਾ ਕਿ ਕਿਹੜੀ ਸਾਂਝੀ ਪ੍ਰੈਸ ਵਾਰਤਾ ਹੋਈ ਹੈ ਦੱਸ ਦਿਓ, ਇੱਕ ਵੀ ਇੰਡਸਟਰੀਅਲ ਹਾਊਸ। ਮਤਲਬ ਤੁਹਾਨੂੰ ਉਮੀਦ ਨਹੀਂ ਹੈ ਕਿ ਇਹ ਸਮਿਟ ਤੋਂ ਬਾਅਦ ਕੋਈ ਇਨਵੈਸਟਮੈਂਟ ਜ਼ਮੀਨੀ ਪੱਧਰ ਤੇ ਨਜ਼ਰ ਆਏਗੀ? ਜਿਸ ਤਰੀਕੇ ਦਾ ਗਵਰਨਰ ਸਾਹਿਬ ਨਾਲ ਇਹਨਾਂ ਨੇ ਬਜਟ ਦਾ ਇਸ਼ੂ ਫਸਾਇਆ ਹੈ, ਮੈਨੂੰ ਲੱਗਦਾ ਹੈ ਬਜਟ ਦੀ ਪੇਸ਼ ਕਰ ਪਾਉਣਗੇ। ਇਨਵੈਸਟਰ ਸਮਿਟ ਤਾਂ ਬਹੁਤ ਆਲੂਵਾਲੀਆ ਜੀ ਇਕੱਠੇ ਜਵਾਬ ਦਿਓ, ਸਮਾਂ ਬਹੁਤ ਲਿਮਟਿਡ ਹੈ। ਸੋਢੀ ਸਾਹਿਬ ਤੁਹਾਡਾ ਫਾਈਨਲ ਕਮੈਂਟ, ਲੱਗਦਾ ਕਿ ਇਨਵੈਸਟਮੈਂਟ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਨਜ਼ਰ ਆਏਗੀ? ਖੈਰ ਕਿਸਾਨੀ ਅੰਦੋਲਨ ਦਾ ਤੁਸੀਂ ਵੀ ਸੰਤਾਪ ਬੜਾ ਝੱਲਿਆ ਉਸ ਸਮੇਂ, ਕਿਉਂਕਿ ਬੀਜੇਪੀ ਦੇ ਆਗੂਆਂ ਨੂੰ ਜ਼ਰੂਰ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ,
ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਹੁੰਦੇ ਧਰਨੇ ਪ੍ਰਦਰਸ਼ਨ ਵੀ ਇਨਵੈਸਟਰਸ ਦੇ ਲਈ ਇੱਕ ਅੜਿੱਕਾ ਬਣ ਸਕਦੇ ਨੇ, ਜਾਂ ਫਿਰ ਉਹਨਾਂ ਨੂੰ ਅੜਿੱਕਾ ਲੱਗਦਾ ਹੋ ਸਕਦਾ ਹੈ? ਗੌਰਵ ਜੀ, ਮੈਂ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ। ਮੇਰੇ ਬਿਲਕੁਲ ਇਲਾਕੇ ਦੇ ਵਿੱਚ ਜੀ ਇੱਕ ਬੰਦਾ ਮੱਧ ਪ੍ਰਦੇਸ਼ ਤੋਂ ਇਨਵੈਸਟਰ ਇੱਥੇ ਬਹੁਤ ਵਧੀਆ ਇੱਕ ਫੈਕਟਰੀ ਲਾ ਰਿਹਾ ਸੀ, ਠੀਕ ਹੈ, ਔਰ ਜਿਹਨੇ ਕਿ ਸਾਰੇ ਐਨਓਸੀ ਲਏ ਹੋਏ ਸੀ ਟੋਟਲ, ਔਰ ਕੋਈ ਰਿਜੈਕਟ ਨਹੀਂ ਸੀ। ਲੇਕਿਨ ਉਸ ਜੋ ਫੈਕਟਰੀ ਲੱਗ ਰਹੀ ਸੀ ਉਹਦੇ ਉੱਪਰ ਇੱਕ ਧਰਨਾ ਲੱਗਿਆ, ਔਰ ਉਸ ਧਰਨੇ ਨੇ ਕੋਈ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ, ਕੋਈ ਸਰਕਾਰ ਨੇ ਸਾਥ ਨਹੀਂ ਦਿੱਤਾ, ਜਦੋਂ ਕਿ ਹਰ ਪੱਖ ਤੋਂ ਬੰਦਾ ਲਾਉਣ ਵਾਲਾ ਸਹੀ ਸੀ। ਲੇਕਿਨ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਕਿਹਾ ਕਿ ਮੈਂ ਜਿਹੜੀ ਇੱਥੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੁੰਦਾ ਸੀ, ਲੇਕਿਨ ਸਰਕਾਰ ਨੇ ਮੇਰਾ ਸਾਥ ਨਹੀਂ ਦਿੱਤਾ, ਪ੍ਰਸ਼ਾਸਨ ਨੇ ਮੇਰਾ ਸਾਥ ਨਹੀਂ ਦਿੱਤਾ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜਾ ਸੂਬਾ ਧਰਨਿਆਂ ਦਾ ਬਣਿਆ ਹੋਵੇ, ਜਿਹੜੇ ਸੂਬੇ ਦੇ ਵਿੱਚ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਤੇ ਹਮਲੇ ਹੁੰਦੇ ਹੋਣ, ਜੀ ਉਹ ਸੂਬੇ ਦੇ ਵਿੱਚ ਜਿਹੜਾ ਹੈਗਾ ਨਹੀਂ ਇਨਵੈਸਟਮੈਂਟ ਕਰੂਗਾ। ਔਰ ਜਿਹੜਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਟੈਕਸਟਾਈਲ ਪਾਰਕ ਦਿੱਤਾ ਸੀ, 1000 ਕਰੋੜ ਰੁਪਇਆ ਦੇਣਾ ਸੀ, ਉਹ ਤਾਂ ਇਹ ਲੈ ਨਹੀਂ ਸਕੇ, ਤੇ ਜ਼ਮੀਨ ਨਹੀਂ ਦੇ ਸਕੇ, ਤੇ ਫਿਰ ਇਹ ਇਨਵੈਸਟਰ ਇੱਥੋਂ ਕਿੱਥੋਂ ਇਹ ਆ ਕੇ ਜਿਹੜਾ ਹੈਗਾ ਇਨਵੈਸਟਮੈਂਟ ਕਰਨਗੇ? ਉਹਦਾ ਜਵਾਬ ਦੇ ਦੇਣ ਮੈਨੂੰ ਵਾਲੀਆ ਸਾਹਿਬ। ਠੀਕ ਹੈ ਡਾਕਟਰ ਸਾਹਿਬ ਫਾਈਨਲ ਕਮੈਂਟ ਤੁਹਾਡਾ। ਕਾਲੋਂ ਸਾਹਿਬ ਵੀ ਕੁਝ ਸਵਾਲ ਪੁੱਛ ਰਹੇ ਸੀ, ਕਲੇਰ ਜੀ ਦੇ ਵੀ ਨੇ, ਸੋਢੀ ਸਾਹਿਬ ਦੇ ਵੀ ਨੇ, ਤੇ ਇਸ ਵਿਚਾਲੇ ਸਵਾਲ ਪੂਰੀ ਡਿਬੇਟ ਦੇ ਵਿੱਚ ਇੱਕ ਚਰਚਾ ਨਿਕਲ ਕੇ ਸਾਹਮਣੇ ਆ ਰਹੀ ਹੈ, ਲਾਅ ਐਂਡ ਆਰਡਰ। ਦੇਖੋ ਬਹੁਤ ਕਲੀਅਰ ਗੱਲ ਹੈ, ਕਿਸੇ ਨੇ ਛੋਟੀ ਦੁਕਾਨ ਖੋਲਣੀ ਹੋਵੇ ਜਾਂ ਕੋਈ ਵੱਡੀ ਫੈਕਟਰੀ, ਜੇ ਹਾਲਾਤ ਵਧੀਆ ਹੋਣਗੇ, ਲਾਅ ਐਂਡ ਆਰਡਰ ਵਧੀਆ ਹੋਏਗਾ ਤਾਂ ਉਸ ਨੂੰ ਕੰਮ ਕਰਨਾ ਆਸਾਨ ਹੋਏਗਾ, ਇਸ ਕੋਈ ਦੋ ਰਾਏ ਨਹੀਂ ਹੈ। ਤਾਂ ਪੂਰਾ ਮਾਮਲਾ ਲਾਅ ਐਂਡ ਆਰਡਰ ਦੇ ਨਾਲ ਸਾਫ਼ ਤੌਰ ਤੇ ਜੁੜਿਆ ਹੋਇਆ। ਮੈਂ ਇਹਨਾਂ ਦੀ ਦੋ ਤਿੰਨ ਚੀਜ਼ਾਂ ਦੇ ਜਵਾਬ ਦੇਣਾ ਚਾਹੁੰਦਾ। ਸਭ ਤੋਂ ਪਹਿਲੀ ਗੱਲ, ਲਾਅ ਐਂਡ ਆਰਡਰ ਦੀ ਸਿਚੁਏਸ਼ਨ। ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੇਅੰਤ ਸਿੰਘ ਜੀ ਮੁੱਖ ਮੰਤਰੀ ਸੀਗੇ ਪੰਜਾਬ ਦੇ, ਸਰਕਾਰ ਉਹਨਾਂ ਦੀ, ਚੀਫ ਮਿਨਿਸਟਰ ਉਹਨਾਂ ਦੀ ਅਸੈਸੀਨੇਸ਼ਨ ਹੁੰਦੀ ਹੈ ਕਿੱਥੇ? ਸੈਕਟਰੀਏਟ ਦੇ ਅੰਦਰ। ਸਰਕਾਰ ਕਿਹਦੀ ਸੀ ਤਦ? ਜਦ ਮੁੱਖ ਮੰਤਰੀ ਦੇ ਉੱਤੇ ਅਟੈਕ ਹੋਇਆ ਤਦ ਸਰਕਾਰ ਕਿਹਦੀ ਸੀ? ਇਹ ਸਿੰਪਲ ਜਿਹਾ ਕੁਐਸਚਨ ਹੈ, ਇਸ 'ਚ ਸਾਰੀ ਚੀਜ਼ਾਂ ਦੇ ਜਵਾਬ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਰਿਸਪੌਂਸਿਬਿਲਿਟੀ ਤੋਂ ਨਹੀਂ ਭੱਜਦੇ, ਅਸੀਂ ਰਿਸਪੌਂਸਿਬਿਲਿਟੀ ਆਪਣੀ ਸਮਝਦੇ ਹਾਂ। ਲਾਅ ਐਂਡ ਆਰਡਰ ਅਸੀਂ ਸੁਧਾਰਨਾ ਹੈ, ਅਸੀਂ ਉਸ ਦੇ ਉੱਤੇ ਕਨਸਟੈਂਟਲੀ ਕੰਮ ਕਰਦੇ ਪਏ ਹਾਂ। ਸਰਦਾਰ ਭਗਵੰਤ ਸਿੰਘ ਮਾਨ ਸਭ ਤੋਂ ਜ਼ਿਆਦਾ ਲਾਅ ਐਂਡ ਆਰਡਰ ਦੇ ਉੱਤੇ ਕੰਮ ਕਰ ਰਹੇ ਨੇ, ਦਿਨ ਰਾਤ ਕੰਮ ਕਰ ਰਹੇ ਨੇ, ਔਰ ਉਹਦੇ ਕਰਕੇ ਸਿਚੁਏਸ਼ਨਸ ਕਾਫੀ ਜ਼ਿਆਦਾ ਇੰਪਰੂਵ ਹੋਈਆਂ। ਪਰ ਮੈਂ ਤਿੰਨੋਂ ਪੋਲੀਟੀਕਲ ਪਾਰਟੀਆਂ ਨੂੰ ਰਿਕੁਐਸਟ ਕਰਦਾ ਕਿ ਅੱਜ ਪੰਜਾਬ ਦੇ ਅੰਦਰ ਲੋਕੀ ਇਨਵੈਸਟ ਕਰਨਾ ਚਾਹੁੰਦੇ, ਉਹਨਾਂ ਤੇ ਇਹੋ ਜਿਹਾ ਮਾਹੌਲ ਨਾ ਖੜਾ ਕਰੋ, ਉਹਨਾਂ ਨੂੰ ਇਹੋ ਜਿਹੀ ਚੀਜ਼ਾਂ। ਠੀਕ ਹੈ, ਲਾਜ਼ਮੀ ਤੌਰ ਤੇ ਆਪਾਂ ਚਰਚਾ ਤਾਂ ਜ਼ਰੂਰ ਕਰ ਰਹੇ ਹਾਂ। ਦੇਖੋ 9% ਕ੍ਰਾਈਮ ਰੇਟ ਵਧਿਆ ਪਿਛਲੇ 1 ਸਾਲ ਚ, 9% ਕ੍ਰਾਈਮ ਰੇਟ ਵਧਿਆ ਹੈ ਓਵਰਆਲ। ਨਹੀਂ, ਉਹ ਅਸੈਸੀਨੇਸ਼ਨ ਦਾ ਜ਼ਿਕਰ ਕਰ ਰਹੇ ਹਾਂ ਸੀਐਮ, ਮੈਂ ਉਹਦਾ ਜਵਾਬ ਦੇ ਰਿਹਾ, ਉਸ ਸਮੇਂ ਦੇ ਹਾਲਾਤ ਜੋ ਸਨ, ਉਹ ਪੂਰਾ ਦੇਸ਼ ਜਾਣਦਾ, ਪੂਰਾ ਵਿਸ਼ਵ ਜਾਣਦਾ ਹੈ। ਉਹ ਪੰਜਾਬ ਨੂੰ ਉਸ ਕਾਲੇ ਦੌਰ ਚੋਂ ਬਾਹਰ ਕੱਢਣ ਵਾਲੀ ਕਾਂਗਰਸ ਪਾਰਟੀ ਹੈ। ਕਾਂਗਰਸ ਪਾਰਟੀ ਨੇ ਇਹਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ। ਸਨੀ ਜੀ ਖਾਲੀ ਸਿਰਫ ਚਲੋ ਠੀਕ ਹੈ, ਮੈਨੂੰ ਵਾਈਂਡ ਅਪ ਕਰਨਾ ਪਏਗਾ, ਮੈਨੂੰ ਕਨਕਲੂਡ ਕਰਨਾ ਪਏਗਾ। ਪੰਜਾਬ ਦੇ ਹਾਲਾਤ ਨਿਵੇਸ਼ ਦੀ ਜਗ੍ਹਾ ਤੁਸੀਂ ਵਿਨਾਸ਼ ਵੱਲ ਲੈ ਕੇ ਜਾ ਰਹੇ ਹੋ। ਸਿਕਿਉਰਿਟੀ ਤਾਂ ਤੁਸੀਂ ਆਪਣੇ ਨਾਲ ਲਾ ਕੇ ਰੱਖੀ ਹੈ, ਕਲੇਰ ਸਾਹਿਬ, ਤੁਸੀਂ ਦੂਜਿਆਂ ਨੂੰ ਲੈਕਚਰ ਦੇ ਰਹੇ ਹੋ। ਸਾਰੀ ਸਿਕਿਉਰਿਟੀ ਤੁਸੀਂ ਪ੍ਰੈਸ ਉੱਥੇ ਆਉਂਦੇ ਸੀਗੇ, ਉਸਦੇ ਨਾਲ 2 ਜਿਪਸੀਆਂ ਲੈ ਕੇ ਆਉਂਦੇ ਸੀਗੇ, ਸਾਰੀ ਸਿਕਿਉਰਿਟੀ ਲਾਅ ਐਂਡ ਆਰਡਰ ਦੀ ਤਾਂ ਤੁਸੀਂ ਧੱਜੀਆਂ ਉਡਾਈਆਂ ਹੋਈਆਂ ਸੀਗੀਆਂ। ਸਾਡਾ ਇੱਕ ਵੀ ਬੰਦਾ 1 ਸਾਲ ਹੋ ਗਿਆ ਸਰਕਾਰ ਤੁਹਾਡੀ ਹੈ, 1 ਸਾਲ ਸਰਕਾਰ ਤੁਹਾਡੀ ਹੈ, ਸਾਲ ਤੋਂ ਸੁੱਤੇ ਪਏ ਸੀਗੇ। ਅਗਰ ਸਿੱਧੂ ਮੂਸੇਵਾਲੇ ਦੇ ਗਨਮੈਨ ਲੈ ਕੇ ਤੁਸੀਂ ਮੁੱਖ ਮੰਤਰੀ ਦੀ ਕਾਰਵਾਈ ਨੂੰ 40 ਗਨਮੈਨ ਦਿੱਤੇ, ਉਹਨਾਂ ਦੀ ਭੈਣ ਨੂੰ ਦਿੱਤੇ, ਜ਼ਿੰਮੇਵਾਰ ਕੌਣ ਹੈ? ਮੁੱਖ ਮੰਤਰੀ ਅੱਜ ਤੱਕ ਦਾ ਸਭ ਤੋਂ ਵੱਡਾ ਕਾਫਲਾ 2 ਗੁਣਾ, ਜ਼ਿੰਮੇਵਾਰ ਕੌਣ ਹੈ? ਇਹਦਾ ਜਵਾਬ ਕੌਣ? ਠੀਕ ਹੈ, ਚਲੋ ਆਪਾਂ ਨੂੰ ਵਾਈਂਡ ਅਪ ਕਰਨਾ ਹੋਏਗਾ, ਸਮਾਂ ਖਤਮ ਹੋ ਚੱਲੇ। ਮੈਨੂੰ ਲੱਗਦਾ ਅੱਜ ਤੱਕ ਇਹਨਾਂ ਨੇ ਲੋਇਨ ਦਾ ਸਭ ਤੋਂ ਵੱਡਾ ਕਾਫਲਾ। ਠੀਕ ਹੈ ਡਾਕਟਰ ਸਾਹਿਬ, ਕਲੇਰ ਜੀ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕ ਰਹੇ ਹਾਂ। ਠੀਕ ਹੈ, ਸੋਢੀ ਸਾਹਿਬ ਬਹੁਤ ਬਹੁਤ ਧੰਨਵਾਦ, ਕਾਲੋਂ ਸਾਹਿਬ ਤੁਹਾਡਾ ਵੀ ਧੰਨਵਾਦ, ਕਲੇਰ ਜੀ ਧੰਨਵਾਦ, ਔਰ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ। ਖੈਰ ਮੁੱਦਾ ਬਹੁਤ ਗੰਭੀਰ ਹੈ, ਕਿਉਂਕਿ ਸਿੱਧਾ ਇਨਵੈਸਟਮੈਂਟ ਲਾਅ ਐਂਡ ਆਰਡਰ ਦੇ ਨਾਲ ਜੁੜੀ ਹੋਈ ਹੈ, ਉਸ ਦੇ ਉੱਤੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਮੀਦ ਕਰਦੇ ਹਾਂ ਜੋ ਲਗਾਤਾਰ ਇਸ ਪੂਰੀ ਚਰਚਾ ਦੇ ਵਿੱਚ ਜ਼ਿਕਰ ਹੋਇਆ ਕਿ ਇਨਵੈਸਟਮੈਂਟ ਤਾਂ ਪੰਜਾਬ ਆਵੇ। ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਾ ਆਵੇ, ਇਨਵੈਸਟਮੈਂਟ ਆਵੇ, ਰੋਜ਼ਗਾਰ ਮਿਲੇ ਨੌਜਵਾਨਾਂ ਨੂੰ, ਪੰਜਾਬ ਤਰੱਕੀ ਕਰੇ। ਬਟ ਸਵਾਲ ਇਹੀ ਹੈ ਕਿ ਲਾਅ ਐਂਡ ਆਰਡਰ ਉਸਦੇ ਅੜਿੱਕੇ ਤਾਂ ਨਹੀਂ ਆਏਗਾ। ਸਰਕਾਰ ਦਾਅਵਾ ਕਰਦੀ ਹੈ, ਸਰਕਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਨੂੰ ਇੰਪਰੂਵ ਕੀਤਾ ਹੈ। ਖੈਰ ਆਖਿਰ ਦੇ ਵਿੱਚ ਸਵਾਲ ਉਹੀ ਹੈ ਕਿ MOU ਸਾਈਨ ਹੋ ਰਹੇ ਨੇ, ਭਰੋਸੇ ਮਿਲ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ ਵੱਡੀਆਂ ਕੰਪਨੀਆਂ ਦੇ ਵੱਲੋਂ। ਇੰਤਜ਼ਾਰ ਰਹੇਗਾ ਕਿ ਇਹ ਦਾਅਵੇ ਹਕੀਕਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਨਜ਼ਰ ਆਉਣ। ਪ੍ਰਾਈਮ ਟਾਈਮ ਅੱਜ ਦੇ ਲਈ ਨਾ